सुप्रीम कोर्ट ने जिहड़ा फैसला लिया है कि औरतों नूं बाप की जायदाद ते उसदे विरासती हिस्से चों अपना हक मंगण दा पूरा अधिकार है। ਭਰਾ ਵੀ ਦੁਸ਼ਮਣੀ ਕੱਢਣ ਲੱਗ ਜਾਣਗੇ ਕਿ ਸਾਡੀ ਭੈਣ ਸਾਡਾ ਹਿੱਸਾ ਨਾ ਕਿਤੇ ਖੋ ਕੇ ਲੈ ਜਾਏ। ਤੇ ਜਿਵੇਂ ਅੱਜ ਦੇ ਦਿਨ ਚੀਨ ਵਿੱਚ ਦੇਖੋਗੇ ਕਿ ਉਹਨਾਂ ਦੀ ਪ੍ਰੋਡਕਟਿਵ ਪੋਪੂਲੇਸ਼ਨ 10-15 ਸਾਲ ਬਾਅਦ ਜਿਵੇਂ ਘਟਣ ਲੱਗ ਗਈ ਸੀ ਜਦੋਂ ਸਿੰਗਲ ਚਾਈਲਡ ਨੌਮ ਬਣਾਇਆ ਸੀ, ਉਸੇ ਤਰ੍ਹਾਂ ਸਾਡੇ ਵੀ ਇਹੋ ਕੁਝ ਹੋ ਜਾਣਾ ਜੇ। पर जे आपां औरतां दे एंगल तो गल करते हैं, उन्हां नूं जिहड़ी आर्थिक बराबरी दे नाल जिहड़ा जिंदगी सत्कार नाल एक जिउण दा मौका मिलेगा सोसाइटी दे अंदर, उस पहलू नूं किवें देखदे हो संखेप च? ਸਾਲਾਂ ਬਾਅਦ 74 ਸਾਲਾਂ ਬਾਅਦ ਹੀ ਸਹੀ ਔਰਤ ਨੂੰ ਬਰਾਬਰੀ ਦਾ ਹੱਕ ਮਿਲਿਆ, ਨਾ ਸਿਰਫ ਮਾਪਿਆਂ ਦੇ ਘਰ ਬਲਕਿ ਜਦੋਂ ਉਹਨੇ ਜਾਣਾ ਸਹੁਰੇ ਘਰ ਉੱਥੇ ਵੀ ਇੱਜ਼ਤ ਉਹਨੂੰ ਉਨੀ ਇੱਜ਼ਤ ਤੇ ਮਾਣ ਮਿਲੇ। ਭਾਵੇਂ ਉਹ ਡਾਟਰ ਮੈਰਿਡ ਹੈ ਭਾਵੇਂ ਉਹ ਡਾਟਰ ਅਨਮੈਰਿਡ ਹੈ, ਪਹਿਲੇ ਡਾਟਰ ਅਨਮੈਰਿਡ ਨੂੰ ਬਰਾਬਰ ਦਾ ਹਿੱਸਾ ਮਿਲਦਾ ਸੀ, ਪਰ ਡਾਟਰ ਮੈਰਿਜ ਹੋਣ ਤੋਂ ਬਾਅਦ ਉਹਨੂੰ ਵਰਤਣੀ ਤੇ ਹਿੰਦੂ ਅਨਡਿਵਾਈਡਡ ਫੈਮਿਲੀ ਚੋਂ ਹੀ ਕੱਢ ਦਿੱਤਾ ਜਾਂਦਾ ਸੀ, ਜਿਵੇਂ ਉਹ ਦਾਇਕੇ ਦੇ ਨਾਲ ਤਲਕ ਹੀ ਬਿਲਕੁਲ ਖਤਮ। कि आर्थिक तौर पर जिहड़ी कि औरत है वो किन्नी अपने आप नूं सुरक्षित महसूस करेगी हुण नवीं बदली हुई परिस्थिति दे विच। लेकिन साडी समाजिक ते संस्कृतिक ਜਿਹੜੀ परंपरावां है वो पूरी फर्क तरीके नाल परवरिश होंदी है ते मुंडे भी फर्क तरीके नाल। पर एक जिस तरह का कुड़ियां दी हेठले पद्धर तो लैके पालन पोषण हुंदा है, ਉਹਨਾਂ ਨੂੰ ਲੱਗਦਾ ਹੀ ਨਹੀਂ ਹੈਗਾ ਕਿ ਆਪਣੇ ਭਰਾ ਦੀ ਜਾਇਦਾਦ ਚੋਂ ਜਾਂ ਆਪਣੀ ਬਾਪ ਦੀ ਜਾਇਦਾਦ ਚੋਂ ਕੋਈ ਹੱਕ ਮੰਗਣ ਦਾ ਉਹਨਾਂ ਦਾ ਅਧਿਕਾਰ ਹੈ। ਇੱਕ ਪੱਖ ਤਾਂ ਸ਼ੁਕਰ ਮਨਾ ਸਕਦੇ ਹਾਂ ਕਿ ਬਰਾਬਰੀ ਦਾ ਹੱਕ ਮਿਲਿਆ ਹੈ, ਪਰ ਇਹਦਾ ਦੂਸਰਾ ਪੱਖ ਜ਼ਰੂਰ ਧਿਆਨ ਰੱਖਣ ਦੀ ਲੋੜ ਹੈ, ਕਿਉਂਕਿ ਅਸੀਂ ਪੰਜਾਬੀ ਲੋਕ ਆਮ ਤੌਰ ਤੇ ਸਾਡੇ ਪਿਓ ਹੀ ਨਹੀਂ ਚਾਹੁੰਦੇ, ਮਾਵਾਂ ਹੀ ਨਹੀਂ ਚਾਹੁੰਦੀਆਂ ਕਿ ਧੀ ਹੋਵੇ, ਤੇ ਉਹ ਚਾਹੁੰਦੇ ਨੇ ਕਿ ਸਿਰਫ ਪੁੱਤਰ ਹੋਵੇ ਜੋ ਸਾਡਾ ਨਾਮ ਲੇਵਾ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਦਾ ਸਵਾਗਤ। ਸੁਪਰੀਮ ਕੋਰਟ ਵੱਲੋਂ ਔਰਤਾਂ ਵਾਸਤੇ ਬਾਪ ਦੀ ਜਾਇਦਾਦ ਤੇ ਉਸ ਦੀ ਕਮਾਈ ਚੋਂ ਹਿੱਸਾ ਦੇਣ ਸੰਬੰਧੀ ਬਹੁਤ ਇੱਕ ਵੱਡਾ ਫੈਸਲਾ ਲਿਆ ਹੈ। ਬੇਸ਼ੱਕ ਕਿਸੇ ਨਾ ਕਿਸੇ ਪੱਧਰ ਤੇ ਇਹ ਫੈਸਲੇ ਪਹਿਲਾਂ ਵੀ ਲਾਗੂ ਸੀ, ਪਰ ਕਾਨੂੰਨੀ ਅੜਚਣਾਂ ਹੋਣ ਕਾਰਨ ਇਹਨਾਂ ਨੂੰ ਪੂਰੀ ਤਰ੍ਹਾਂ ਅਮਲ 'ਚ ਨਹੀਂ ਲਿਆਂਦਾ ਜਾ ਸਕਦਾ ਸੀ। ਮੌਜੂਦਾ ਪ੍ਰਸਥਿਤੀਆਂ 'ਚ ਜਿੱਥੇ ਕਾਨੂੰਨੀ ਤੌਰ ਤੇ ਜਾਇਦਾਦ ਦੇ ਹੱਕ ਦੇ ਮਾਮਲੇ 'ਚ ਬਾਪ ਦੀ ਜਾਇਦਾਦ ਦੇ ਮੁੱਦੇ ਤੇ ਆਪਾਂ ਜਦੋਂ ਜ਼ਿਕਰ ਕਰ ਰਹੇ ਹਾਂ ਪੂਰਾ ਅਧਿਕਾਰ ਮਿਲ ਗਿਆ, ਪਰ ਇਸ ਦੇ ਬਾਵਜੂਦ ਸਵਾਲ ਵੱਡੀ ਪੱਧਰ ਤੇ ਖੜਾ ਹੁੰਦਾ ਹੈ ਕਿ ਕਾਨੂੰਨੀ ਅਧਿਕਾਰ ਮਿਲ ਜਾਣ ਦੇ ਬਾਵਜੂਦ ਔਰਤਾਂ ਨੂੰ ਆਪਣੇ ਹੱਕਾਂ ਲਈ ਲੰਬੀ ਲੜਾਈ ਅਜੇ ਵੀ ਲੜਨੀ ਪਏਗੀ। ਜੇਕਰ ਅਜਿਹਾ ਨਾ ਹੁੰਦਾ ਤਾਂ ਯੂਪੀ ਦੇ ਬੁਲੰਦ ਸ਼ਹਿਰ 'ਚ ਅਮਰੀਕਾ ਤੋਂ ਪੜ੍ਹਦੀ ਆਈ ਵਿਦਿਆਰਥਣ ਉਸ ਨੂੰ ਕੁਝ ਮਸਟੰਡੇ ਜਾਂ ਗੁੰਡੇ ਜਿਹੜਾ ਹੈਗਾ ਇਸ ਤਰੀਕੇ ਨਾਲ ਬਿਹੇਵ ਕਰਕੇ ਉਸ ਦਾ ਕਤਲ ਨਾ ਕਰਵਾ ਦਿੰਦੇ ਔਰ ਬਾਅਦ ਦੇ ਵਿੱਚ ਪੁਲਿਸ ਇਸ ਘਟਨਾ ਨੂੰ ਹਾਦਸੇ ਦਾ ਰੂਪ ਨਾ ਦਿੰਦੀ। ਇਸ ਲਈ ਜ਼ਰੂਰਤ ਹੈ ਸਰਕਾਰਾਂ ਦੇ ਅੰਦਰ ਦ੍ਰਿੜ ਇੱਛਾ ਸ਼ਕਤੀ ਤੇ ਸਮਾਜਿਕ ਤੌਰ ਤੇ ਮਾਨਸਿਕਤਾ ਬਦਲਣ ਦੇ ਲਈ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਪੈਨਲ ਤੇ ਆਪਣੇ ਆਪਣੇ ਖਿੱਤੇ ਦੀਆਂ ਖਾਸ ਹਸਤੀਆਂ ਕਮਲਜੀਤ ਸਿੰਘ ਜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਨੇ, ਡਾਕਟਰ ਮਦਨਜੀਤ ਸੋਹਤਾ ਸਾਬਕਾ ਪ੍ਰਿੰਸੀਪਲ ਨੇ, ਡਾਕਟਰ ਜੋਤੀ ਸੇਠ ਪ੍ਰੋਫੈਸਰ ਤੇ ਔਰਤਾਂ ਦੇ ਹੱਕਾਂ ਤੇ ਕੰਮ ਕਰਨ ਲਈ ਇੱਕ ਆਪਣੀ ਵੱਖਰੀ ਪਹਿਚਾਣ ਰੱਖਦੇ ਹੈ। ਇਹਨਾਂ ਮੁੱਦਿਆਂ ਤੇ ਮੈਂ ਡਿਬੇਟ 'ਚ ਮਹਿਮਾਨਾਂ ਨੂੰ ਲੈਣ ਤੋਂ ਪਹਿਲਾਂ ਔਰਤਾਂ ਦੇ ਮੁੱਦਿਆਂ ਤੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਡਾਕਟਰ ਰਸ਼ਿੰਦਰ ਉਹਨਾਂ ਦੀ ਆਪਾਂ ਟਿੱਪਣੀ ਲੈਣੇ ਆ। ਸੁਣਦੇ ਹਾਂ ਡਾਕਟਰ ਰਸ਼ਿੰਦਰ ਇਸ ਮੁੱਦੇ ਤੇ ਕੀ ਆਖਦੇ ਹੈ। ਡਾਕਟਰ ਰਸ਼ਿੰਦਰ, ਤੁਸੀਂ ਔਰਤਾਂ ਦੇ ਮੁੱਦਿਆਂ ਤੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਹੋ, ਕੌਮਾਂਤਰੀ ਪੱਧਰ ਤੇ ਵੀ ਤੁਹਾਨੂੰ ਆਪਣੀ ਗੱਲ ਕਹਿਣ ਦੇ ਮੌਕੇ ਮਿਲਦੇ ਰਹਿੰਦੇ ਹੈ, ਪਰ ਹੁਣ ਮੈਂ ਖਾਸ ਸਵਾਲ ਲੈ ਰਿਹਾ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਲਿਆ ਕਿ ਔਰਤਾਂ ਨੂੰ ਬਾਪ ਦੀ ਜਾਇਦਾਦ ਤੇ ਉਸ ਦੇ ਵਿਰਾਸਤੀ ਹਿੱਸੇ ਚੋਂ ਆਪਣਾ ਹੱਕ ਮੰਗਣ ਦਾ ਪੂਰਾ ਅਧਿਕਾਰ ਹੈ, ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਡਾਕਟਰ ਰਸ਼ਿੰਦਰ? ਜੀ, ਦਰਅਸਲ ਇਹਦੇ ਦੋ ਪਹਿਲੂ ਨੇ ਜਿਨ੍ਹਾਂ ਬਾਰੇ ਗੱਲ ਕਰਨੀ ਜ਼ਰੂਰੀ ਹੈ।
ਇੱਕ ਪੱਖ ਤਾਂ ਸ਼ੁਕਰ ਮਨਾ ਸਕਦੇ ਹਾਂ ਕਿ ਬਰਾਬਰੀ ਦਾ ਹੱਕ ਮਿਲਿਆ, ਕਿਉਂਕਿ ਇਹ ਸਿਰਫ ਆਪਣੇ ਮਾਪਿਆਂ ਦੇ ਘਰ ਹੀ ਨਹੀਂ ਬਲਕਿ ਜਦੋਂ ਨਵੇਂ ਘਰ ਵਿੱਚ ਜਾਣਾ ਹੈ ਉਸ ਬੱਚੀ ਲਈ ਈਵਨ ਜਿਹੜਾ ਡਾਈਵੋਰਸ ਤੋਂ ਬਾਅਦ ਵੀ ਇਕੁਅਲ ਰਾਈਟਸ ਮਿਲਨੇ ਨੇ। ਇਹ ਯਾਨੀ ਬੁਢੇਪੇ ਵੇਲੇ ਵੀ ਜੇ ਕੁੜੀ ਚਾਹੇ ਤਾਂ ਆਪਣੇ ਮਾਪਿਆਂ ਨੂੰ ਵੀ ਉਸੇ ਤਰ੍ਹਾਂ ਹੀ ਰੱਖ ਸਕੇਗੀ। ਇਹ ਜਿਹੜੇ ਸੰਭਾਵਨਾਵਾਂ ਇਹਦੇ ਨਾਲ ਉਜਾਗਰ ਹੁੰਦੀਆਂ ਨੇ, ਬੜੀ ਪੋਜ਼ਿਟਿਵਿਟੀ ਹੈ। ਪਰ ਇਹਦਾ ਦੂਸਰਾ ਪੱਖ ਜ਼ਰੂਰ ਧਿਆਨ ਰੱਖਣ ਦੀ ਲੋੜ ਹੈ, ਕਿਉਂਕਿ ਅਸੀਂ ਪੰਜਾਬੀ ਲੋਕ ਆਮ ਤੌਰ ਤੇ ਸਾਡੇ ਪਿਓ ਹੀ ਨਹੀਂ ਚਾਹੁੰਦੇ, ਮਾਵਾਂ ਹੀ ਨਹੀਂ ਚਾਹੁੰਦੀਆਂ ਕਿ ਧੀ ਹੋਵੇ, ਤੇ ਉਹ ਚਾਹੁੰਦੇ ਨੇ ਕਿ ਸਿਰਫ ਪੁੱਤਰ ਹੋਵੇ ਜੋ ਸਾਡਾ ਨਾਮ ਲੇਵਾ ਹੋਏ। ਅਜੇ ਤੱਕ ਮਾਂ ਜਾਂ ਪਿਓ ਜਾਂ ਅਸੀਂ ਦਾਦਾ ਦਾਦੀ ਤੱਕ ਹੀ ਦੁਸ਼ਮਣੀਆਂ ਪਾਲ ਰਹੇ ਸਾਂ, ਪਰ ਜਿਹੜੀ ਹੁਣ ਸਾਹਮਣੇ ਚੀਜ਼ ਆਏਗੀ ਜਿੱਥੇ ਭਰਾ ਵੀ ਦੁਸ਼ਮਣੀ ਕੱਢਣ ਲੱਗ ਜਾਣਗੇ ਕਿ ਸਾਡੀ ਭੈਣ ਸਾਡਾ ਹਿੱਸਾ ਨਾ ਕਿਤੇ ਖੋ ਕੇ ਲੈ ਜਾਏ, ਉਸੇ ਤਰ੍ਹਾਂ ਜਿਹੜੀ ਫਾਰਮਿੰਗ ਉਹ ਹੋਰ ਜ਼ਿਆਦਾ ਅਨਇਕਨੋਮਿਕਲ ਬਣ ਜਾਣੀ ਹੈ, ਕਿਉਂਕਿ ਜ਼ਮੀਨ ਵੰਡੀ ਜਾਣੀ ਹੈ ਛੋਟੇ ਛੋਟੇ ਹਿੱਸਿਆਂ ਵਿੱਚ। ਇਸੇ ਤਰ੍ਹਾਂ ਅੱਗੇ ਅੱਜ ਤੱਕ ਜੋ ਸਾਡੀ ਨਜ਼ਰੀ ਆ ਰਿਹਾ ਸੀ ਕਿ ਪਹਿਲਾ ਬੱਚਾ ਭਾਵੇਂ ਕੋਈ ਵੀ ਹੋਏ ਲੋਕ ਕਰ ਲੈਂਦੇ ਸਨ, ਕੁੜੀ ਬਰਦਾਸ਼ਤ ਕਿ ਕੋਈ ਗੱਲ ਨਹੀਂ, ਮੁੰਡਾ ਅਗਲਾ ਫਿਰ ਜ਼ਰੂਰ ਅਸੀਂ ਕਰਨਾ ਚਾਹੁੰਦੇ ਹਾਂ। ਪਰ ਜੋ ਹੁਣ ਦੇ ਹਾਲਾਤ ਹੋਣਗੇ ਇਸ ਹਿਸਾਬ ਨਾਲ ਜਿਵੇਂ ਚੀਨ ਵਿੱਚ ਸ਼ੁਰੂ ਹੋਇਆ ਸੀ, ਇਹ ਸੰਭਾਵਨਾ ਬਣ ਸਕਦੀ ਹੈ ਕਿ ਇੱਕੋ ਬੱਚਾ ਤੇ ਉਹ ਵੀ ਪੁੱਤਰ ਤੱਕ ਸੋਚ ਸੀਮਤ ਹੋ ਜਾਏ ਤਾਂ ਕਿ ਅਸੀਂ ਕੁੜੀ ਜੰਮ ਕੇ ਕਿਸੇ ਹੋਰ ਦੇ ਘਰ ਨਾ ਜਾਇਦਾਦ ਸਾਡੀ ਪਹੁੰਚ ਜਾਵੇ। ਸੋ ਇਹ ਸੋਚ ਜੇ ਆ ਗਈ ਤਾਂ ਤੁਸੀਂ ਸਮਝ ਲਓ ਨਿੱਕੀਆਂ ਨਿੱਕੀਆਂ ਗੱਲਾਂ ਵੀ ਕੁੜੀ ਦੇ ਵਿੱਚ ਨੁਕਸ ਕੱਢ ਕੇ ਲਾਂਛਣ ਲਾ ਕੇ ਉਹਨੂੰ ਮਾਰਨ ਦਾ ਢੰਗ ਬਣਾ ਲਿਆ ਜਾਏਗਾ। ਤੇ ਜਿਵੇਂ ਅੱਜ ਦੇ ਦਿਨ ਚੀਨ ਵਿੱਚ ਵੇਖੋਗੇ ਕਿ ਉਹਨਾਂ ਦੀ ਪ੍ਰੋਡਕਟਿਵ ਪੋਪੂਲੇਸ਼ਨ 10-15 ਸਾਲ ਬਾਅਦ ਜਿਵੇਂ ਘਟਣ ਲੱਗ ਗਈ ਸੀ ਜਦੋਂ ਸਿੰਗਲ ਚਾਈਲਡ ਨੋਰਮ ਬਣਾਇਆ ਸੀ, ਉਸੇ ਤਰ੍ਹਾਂ ਸਾਡੇ ਵੀ ਇਹੋ ਕੁਝ ਹੋ ਜਾਣਾ ਜੇ ਸਿਰਫ ਮੁੰਡਿਆਂ ਦੇ ਨਾਲ। ਅਨਮੈਰਿਡ ਜੋ ਮੁੰਡੇ ਹੋਣਗੇ ਉਹਨਾਂ ਦੀ ਵੱਡੀ ਗਿਣਤੀ 'ਚ ਜਿੱਥੇ ਵਾਧਾ ਹੋਏਗਾ ਉੱਥੇ ਕ੍ਰਾਈਮ ਅਗੇਂਸਟ ਵੂਮਨ ਡਬਲ ਜਾਂ ਟ੍ਰਿਪਲ ਹੋ ਜਾਏਗਾ। ਉਸੇ ਕਰਕੇ 올ਡ ਏਜ ਜਿਹੜੇ ਬੰਦੇ ਹੋਣਗੇ ਉਹਨਾਂ ਦੀ ਗਿਣਤੀ ਵਿੱਚ ਵਾਧਾ ਹੋਈ ਜਾਣਾ ਜੋ ਅਨਪ੍ਰੋਡਕਟਿਵ ਹੋਣਗੇ, ਜਿਹਦੇ ਅਲਟੀਮੇਟਲੀ ਪੋਪੂਲੇਸ਼ਨ ਦੇ ਉੱਤੇ ਵੀ ਫਰਕ ਪੈਣਾ ਜੇ। ਉਹਦੇ ਨਾਲੋਂ ਨਾਲ ਕੁੜੀਆਂ ਦਾ ਘਾਣ ਵੀ ਬੜੀ ਪੱਧਰ। ਜੀ ਡਾਕਟਰ, ਸਮੇਂ ਦੇ ਲਿਹਾਜ਼ ਨਾਲ ਸੰਖੇਪ ਜਿਹਾ ਸਵਾਲ, ਬਿਲਕੁਲ ਠੀਕ ਹੈ ਕਿ ਲੜਕਿਆਂ ਦੇ ਐਂਗਲ ਤੋਂ ਤੁਸੀਂ ਗੱਲ ਕਰ ਰਹੇ ਹੋ, ਪਰ ਜੇ ਆਪਾਂ ਔਰਤਾਂ ਦੇ ਐਂਗਲ ਤੋਂ ਗੱਲ ਕਰਦੇ ਹਾਂ, ਉਹਨਾਂ ਨੂੰ ਜਿਹੜੀ ਆਰਥਿਕ ਬਰਾਬਰੀ ਦੇ ਨਾਲ ਜਿਹੜਾ ਜ਼ਿੰਦਗੀ ਸਤਿਕਾਰ ਨਾਲ ਇੱਕ ਜਿਉਣ ਦਾ ਮੌਕਾ ਮਿਲੇਗਾ ਸੋਸਾਇਟੀ ਦੇ ਅੰਦਰ, ਉਸ ਪਹਿਲੂ ਨੂੰ ਕਿਵੇਂ ਦੇਖਦੇ ਹੋ ਸੰਖੇਪ 'ਚ? ਜੀ ਮੈਂ ਸ਼ੁਰੂ ਹੀ ਉੱਥੋਂ ਕੀਤਾ ਸੀ ਕਿ ਉਹ ਪਹਿਲੂ ਬੜਾ ਤਗੜਾ ਜੇ। ਇੰਨੇ ਸਾਲਾਂ ਬਾਅਦ 74 ਸਾਲਾਂ ਬਾਅਦ ਹੀ ਸਹੀ ਔਰਤ ਨੂੰ ਬਰਾਬਰੀ ਦਾ ਹੱਕ ਮਿਲਿਆ, ਨਾ ਸਿਰਫ ਮਾਪਿਆਂ ਦੇ ਘਰ ਬਲਕਿ ਜਦੋਂ ਉਹਨੇ ਜਾਣਾ ਸਹੁਰੇ ਘਰ ਉੱਥੇ ਵੀ ਇੱਜ਼ਤ, ਉਹਨੂੰ ਉਨੀ ਇੱਜ਼ਤ ਤੇ ਮਾਣ ਮਿਲੇਗੀ, ਕਿਉਂਕਿ ਹੁਣ ਤੱਕ ਉਹ ਸਿਰਫ ਇੱਕ ਰਸੋਈ ਘਰਾਂ 'ਚ ਡੱਕੀਆਂ ਜਾਣ ਵਾਲੀਆਂ ਸੀ। ਹੁਣ ਉਹਨਾਂ ਨੂੰ ਜਦੋਂ ਫਾਈਨੈਂਸ਼ੀਅਲ ਆਪਣੀ ਸਪੋਰਟ ਹੋਏਗੀ ਜ਼ਰੂਰ ਇੱਜ਼ਤ ਵੀ ਵਧੇਗੀ, ਉਹਨਾਂ ਨੂੰ ਆਪਣੇ ਅੰਦਰ ਵੀ ਕੌਨਫੀਡੈਂਸ ਜਾਗੇਗਾ ਤੇ ਉਹ ਆਪ ਆਪਣੇ ਪੈਰੀ ਖੜੇ ਹੋ ਕੇ ਕਮਾਉਣ ਜੋਗੀਆਂ ਵੀ ਬਣ ਸਕਣਗੀਆਂ। ਜੀ ਡਾਕਟਰ ਸਾਹਿਬ ਬਹੁਤ ਮਿਹਰਬਾਨੀ, ਤੁਸੀਂ ਸਾਨੂੰ ਇੰਨਾ ਸਮਾਂ ਦਿੱਤਾ, ਧੰਨਵਾਦ ਜੀ। ਧੰਨਵਾਦ ਹਰਕਮਲ ਜੀ। ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਜਿੱਦਾਂ ਮੈਂ ਸ਼ੁਰੂ ਵਿੱਚ ਕਮੈਂਟਸ ਕੀਤੇ ਹੈ ਕਿ ਸੁਪਰੀਮ ਕੋਰਟ ਨੇ ਔਰਤਾਂ ਦੇ ਹੱਕਾਂ ਲਈ ਬਾਪ ਦੀ ਜਾਇਦਾਦ, ਉਹਦੇ ਵਿਰਾਸਤੀ ਤੇ ਕਮਾਈ ਵਾਲੀ ਜਿਹੜੀ ਜਾਇਦਾਦ ਹੈਗੀ ਹੈ ਉਹਦੇ 'ਚੋਂ ਹਿੱਸੇ ਦਾ ਹੱਕ ਦਿੱਤਾ ਹੈ। ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਮਲਜੀਤ ਜੀ? ਇਹ ਫੈਸਲਾ ਬੜੀ ਦੇਰ ਦਾ ਪੈਂਡਿੰਗ ਸੀ ਔਰ ਬੜੀਆਂ ਹਾਈ ਕੋਰਟ ਦੀਆਂ ਤੇ ਸੁਪਰੀਮ ਕੋਰਟ ਦੀ ਆਪਣੀ ਵੀ ਹਿੰਦੂ ਸਕਸੈਸ਼ਨ ਐਕਟ ਦੀ ਡਿਫਰੈਂਟ ਇੰਟਰਪ੍ਰੀਟੇਸ਼ਨ ਸੀਗੀ ਜੀ। 1976 ਵਿੱਚ ਪਹਿਲੀ ਵਾਰੀ ਹਿੰਦੂ ਸਕਸੈਸ਼ਨ ਐਕਟ ਆਇਆ ਜਿਹਨੇ ਕੁਝ ਕੋਡੀਫਾਈ ਕੀਤਾ ਲਾਅ ਨੂੰ ਟੂ ਦੀ ਐਕਸਟੈਂਟ ਕਿ ਕੁਝ ਹੱਕ ਦਿੱਤੇ ਗਏ ਸੀ ਔਰਤਾਂ ਨੂੰ, ਪਰ ਸਾਰੇ ਨਹੀਂ ਸੀ ਦਿੱਤੇ ਗਏ, ਕਿਉਂਕਿ ਪ੍ਰੋਪਰਟੀ ਜਿਹੜੀਆਂ ਨੇ ਉਹ ਦੋ ਤਰ੍ਹਾਂ ਦੀਆਂ ਪ੍ਰਾਪਰਟੀਆਂ ਹੁੰਦੀਆਂ ਨੇ ਇਨਸਾਨ ਦੇ ਕੋਲ। ਇੱਕ ਹੈ ਸੈਲਫ ਐਕਵਾਇਰਡ ਪ੍ਰਾਪਰਟੀ, ਦੂਜੀ ਹੈ ਜਿਹੜੀ ਐਂਸੈਸਟਰਲ ਪ੍ਰਾਪਰਟੀ ਹੈ। ਜਿੱਥੋਂ ਤੱਕ ਸੈਲਫ ਐਕਵਾਇਰਡ ਪ੍ਰਾਪਰਟੀ ਦਾ ਸੰਬੰਧ ਸੀ ਉਹਦੇ ਵਿੱਚ ਤੇ ਜਾਂ ਤਾਂ ਟੈਸਟਾਮੈਂਟਰੀ ਡਿਸਪੋਜੀਸ਼ਨ ਹੋਵੇ, ਗਿਫਟ ਹੋਵੇ, ਅਦਰਵਾਈਜ਼ ਇੰਟਰਸਟੇਟ ਸਕਸੈਸ਼ਨ, ਮੀਨਿੰਗ ਦੇਅਰ ਬਾਏ ਕਿ ਹਰ ਇੱਕ ਬੇਟੇ ਨੂੰ, ਬਿਟੀਆ ਨੂੰ, ਵਿਡੋ ਨੂੰ ਬਰਾਬਰ ਦਾ ਅਧਿਕਾਰ ਸੀਗਾ। ਜਿੱਥੋਂ ਤੱਕ ਐਂਸੈਸਟਰਲ ਪ੍ਰਾਪਰਟੀ ਦਾ ਹੱਕ ਹੈ, ਇਹ ਜਿਹੜਾ ਪ੍ਰਾਪਰਟੀ ਦਾ ਹੱਕ ਸੀਗਾ ਇਨਹੈਰਿਟ ਕਰਨ ਦਾ, ਇਹ ਮੇਲ ਮੈਂਬਰਸ ਕੋਲ
ਮੇਲ ਮੈਂਬਰ ਕੋਲ ਕਨਫਾਈਨਡ ਸੀਗਾ, ਮੇਲ ਡਿਸੈਂਡੈਂਟਸ ਕੋਲ ਅਪ ਜੀ। ਟੂ 4 ਜਨਰੇਸ਼ਨਸ। ਫਿਰ ਇਹਦੇ ਵਿੱਚ ਅਮੈਂਡਮੈਂਟ 2005 ਵਿੱਚ ਜਦੋਂ ਔਰਤਾਂ ਦੇ ਇਹਦੇ ਨਾਲ ਥੋੜਾ ਜਿਹਾ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਸੀ, ਤਾਂ 2005 ਦੇ ਵਿੱਚ ਉਹ ਨੂੰ ਰਿਮੂਵ ਕਰਨ ਦੇ ਲਈ ਲੈਜਿਸਲੇਚਰ ਨੇ ਅਮੈਂਡ ਔਰ ਉਹਦੇ ਵਿੱਚ ਐਂਸੈਸਟਰਲ ਪ੍ਰਾਪਰਟੀ ਦੇ ਵਿੱਚ ਵੀ ਔਰਤਾਂ ਨੂੰ ਹੱਕ ਬਰਾਬਰ ਦਾ ਦਿੱਤਾ ਗਿਆ। ਸਿਰਫ ਫਿਰ ਕੁਐਸਚਨ ਅਰਾਈਜ਼ ਹੋਇਆ ਕਿ ਇਹ ਜਿਹੜੀ 2005 ਦੀ ਅਮੈਂਡਮੈਂਟ ਆਈ ਸੀਗੀ, ਇਨਕਾਰਪੋਰੇਟ ਹੋਈ 9/9/2005 ਦੇ ਵਿੱਚ, ਇਸ ਅਮੈਂਡਮੈਂਟ ਨੂੰ ਰੈਟਰੋਸਪੈਕਟਿਵਿਟੀ ਦਿੱਤੀ ਜਾਵੇ। ਇਹ ਲੜਕੀ ਦਾ ਹੱਕ ਜਾਂ ਔਰਤ ਦਾ ਹੱਕ ਇਹ ਸਿੰਪਲੀ ਇਨਹੈਰੀਟੈਂਸ ਗਿਣੀ ਜਾਣੀ ਚਾਹੀਦੀ ਹੈ ਜਾਂ ਸਰਵਾਈਵਰਸ਼ਿਪ ਤੇ ਬੇਸ ਹੋਣਾ ਚਾਹੀਦਾ ਹੈ, ਤੇ ਕੀ ਬਾਪ ਜਾਂ ਕਰਤਾ ਉਹ 9/9/2005 ਤੋਂ ਪਹਿਲਾਂ ਜੇ ਪੂਰਾ ਹੋ ਗਿਆ, ਜਾਂ ਇਹਦੇ ਉਲਟ ਡਾਟਰ 9/9/2005 ਤੋਂ ਪਹਿਲਾਂ ਜੇ ਪੂਰੀ ਹੋ ਗਈ ਔਰ ਬਾਪ ਜਾਂ ਕਰਤਾ ਹਾਲੇ ਸਰਵਾਈਵ ਕਰਦਾ ਹੈ, ਇਹਨੂੰ ਕਹਿੰਦੇ ਪ੍ਰੀ ਡਿਸੀਜ਼ਡ ਚਾਈਲਡਸ ਕਲੇਮ, ਪ੍ਰੀ ਡਿਸੀਜ਼ਡ ਡਾਟਰਸ ਕਲੇਮ, ਤਾਂ ਕਿ ਉਹ ਡਾਟਰ ਦੇ ਅੱਗੋਂ ਬੱਚਿਆਂ ਨੂੰ ਬਰਾਬਰ ਦਾ ਹੱਕ ਮਿਲੇਗਾ ਜਿਵੇਂ ਕਿ ਇੱਕ ਬੇਟੇ ਦੇ ਬੱਚਿਆਂ ਨੂੰ ਜਾਂ ਬੇਟੇ ਨੂੰ ਮਿਲ ਸਕਦਾ ਹੈ। ਸੁਪਰੀਮ ਕੋਰਟ ਨੇ ਪਹਿਲੀ ਵਾਰ 2020 ਦੇ ਵਿੱਚ ਜਜਮੈਂਟ ਦਿੱਤੀ ਹੈ, ਉਹਦੇ ਵਿੱਚ ਸੁਪਰੀਮ ਕੋਰਟ ਨੇ ਬਹੁਤ ਹੱਦ ਤੱਕ ਕਲੈਰੀਫਾਈ ਕਰ ਦਿੱਤਾ ਹੈ ਕਿ ਡਾਟਰ ਦਾ ਹੱਕ ਵੀ ਉਵੇਂ ਹੀ ਹੈ ਜਿਵੇਂ ਇੱਕ ਆਦਮੀ ਦਾ ਹੱਕ ਹੈ, ਜਿਵੇਂ ਇੱਕ ਬੇਟੇ ਦਾ ਹੱਕ ਹੈ। ਸੋ ਭਾਵੇਂ ਉਹ ਡਾਟਰ ਮੈਰਿਡ ਹੈ, ਭਾਵੇਂ ਉਹ ਡਾਟਰ ਅਨਮੈਰਿਡ ਹੈ, ਪਹਿਲੇ ਡਾਟਰ ਅਨਮੈਰਿਡ ਨੂੰ ਬਰਾਬਰ ਦਾ ਹਿੱਸਾ ਮਿਲਦਾ ਸੀ, ਪਰ ਡਾਟਰ ਮੈਰਿਜ ਹੋਣ ਤੋਂ ਬਾਅਦ ਉਹਨੂੰ ਵਰਚੁਅਲੀ ਹਿੰਦੂ ਅਨਡਿਵਾਈਡਡ ਫੈਮਿਲੀ ਚੋਂ ਹੀ ਕੱਢ ਦਿੱਤਾ ਜਾਂਦਾ ਸੀ, ਜਿਵੇਂ ਉਹ ਆਈਏ ਦੇ ਨਾਲ ਤਲਕ ਹੀ ਬਿਲਕੁਲ ਖਤਮ ਹੋ ਗਿਆ। ਹੁਣ ਉਹ ਹਿੰਦੂ ਅਨਡਿਵਾਈਡਡ ਫੈਮਿਲੀ ਦਾ ਮੈਰਿਜ ਹੋਣ ਤੋਂ ਬਾਅਦ ਵੀ ਹਿੱਸਾ ਬਣੀ ਰਹੇਗੀ ਡਾਟਰ, ਔਰ ਉਹਦਾ ਕਲੇਮ ਬਣਿਆ ਰਹੇਗਾ, ਓਨਾ ਹੀ ਬੈਟਰ ਕਲੇਮ, ਓਨਾ ਹੀ ਵਰਸ ਕਲੇਮ, ਕਿਉਂਕਿ ਰਾਈਟਸ ਐਂਡ ਲਾਇਬਿਲਿਟੀਜ਼ ਦੋਨੋਂ ਤਰ੍ਹਾਂ ਦੀਆਂ ਹੈਗੀਆਂ, ਓਨਾ ਹੀ, ਇਸ ਕਰਕੇ ਮੈਂ ਐਕਸਪ੍ਰੈਸ਼ਨ ਯੂਜ਼ ਕਰ ਰਿਹਾ, ਓਨਾ ਹੀ ਬੈਟਰ ਕਲੇਮ, ਓਨਾ ਹੀ ਵਰਸ ਕਲੇਮ, ਜਾਂ ਇਹਨੂੰ ਸਿੰਪਲੀ ਕਹੀਏ ਕਿ ਸੇਮ ਪੈਡੈਸਟਲ ਤੇ ਹੋਣਗੇ ਜਿਵੇਂ ਇੱਕ ਬੇਟਾ ਹੈ। ਬਿਲਕੁਲ ਬਿਲਕੁਲ, ਜਿਹੜਾ ਹੈਗਾ ਕਮਲਜੀਤ ਜੀ ਤੁਸੀਂ ਗੱਲ ਸਪਸ਼ਟ ਕਰਦੀ ਹੈ ਕਿ ਬਿਲਕੁਲ ਬਰਾਬਰੀ ਦਾ ਅਧਿਕਾਰ ਹੋਏਗਾ। ਡਾਕਟਰ ਸੋਹਤਾ ਜਿੱਦਾਂ ਕਮਲਜੀਤ ਨੇ ਕਮੈਂਟਸ ਕੀਤੇ ਹੈ ਕਿ ਹੁਣ ਜਿਹੜਾ ਸੁਪਰੀਮ ਕੋਰਟ ਦਾ ਨਵਾਂ ਫੈਸਲਾ ਹੈ ਉਹਦੇ ਮੁਤਾਬਕ ਚਾਹੇ ਲੜਕੀ ਹੈ ਜਾਂ ਬੇਟਾ ਹੈ, ਉਹਨਾਂ ਨੂੰ ਬਿਲਕੁਲ ਬਰਾਬਰੀ ਦੇ ਅਧਿਕਾਰ। ਇਸ ਮੁੱਦੇ ਤੇ ਜਦੋਂ ਇਹ ਫੈਸਲਾ ਆਇਆ, ਤੁਸੀਂ ਕਿਵੇਂ ਦੇਖਦੇ ਹੋ ਕਿ ਆਰਥਿਕ ਤੌਰ ਤੇ ਜਿਹੜੀ ਕਿ ਔਰਤ ਹੈ ਉਹ ਕਿੰਨੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇਗੀ ਹੁਣ ਨਵੀਂ ਬਦਲੀ ਹੋਈ परिस्थिति ਦੇ ਵਿੱਚ? ਡਾਕਟਰ ਸੋਹਤਾ। ਬਹੁਤ ਖੂਬ ਸਿੱਧੂ ਸਾਹਿਬ, ਜਿਹੜਾ ਹੈਗੀ ਇਹ 11/10/2020 ਦੀ ਜਿਹੜੀ ਜਜਮੈਂਟ ਹੈਗੀ ਹੈ, ਜਿਹੜੀ ਚੇਂਜ ਹੈਗੀ ਹੈ ਸੈਕਸ਼ਨ 6 ਵਿੱਚ ਹਿੰਦੂ ਸਕਸੈਸ਼ਨ ਐਕਟ ਦੇ ਵਿੱਚ ਜਿਹੜਾ 96 ਐਗਜ਼ਿਸਟ ਕਰਦਾ ਸੀਗਾ, 2005 ਜਿਹੜੀ ਚੇਂਜ ਹੋਈ ਹੈ, ਇਹ ਇੱਕ ਵੈਲਕਮ ਸਟੈਪ ਹੈ। ਮੈਂ ਇੱਕ ਔਰਤਾਂ ਦੇ ਹੱਕਾਂ ਦੀ ਰਾਖੀ ਵਾਸਤੇ ਜਾਂ ਬੱਚੀਆਂ ਦੇ ਵਾਸਤੇ ਹਮੇਸ਼ਾ ਹੀ ਇਹਦੇ ਵਾਸਤੇ ਤਤਪਰ ਰਹੀ ਹਾਂ, ਤੇ ਮੈਨੂੰ ਲੱਗਦਾ ਕਿ ਜਿਹੜੀ ਇਹ ਜਜਮੈਂਟ ਹੈਗੀ ਹੈ ਸਾਨੂੰ ਸੈਲਿਊਟ ਕਰਨਾ ਚਾਹੀਦਾ ਹੈ। ਜਿਹੜੀ ਵਿਜ਼ਡਮ ਹੈਗੀ ਹੈ ਆਨਰੇਬਲ ਸੁਪਰੀਮ ਕੋਰਟ ਦੇ ਐਪੈਕਸ ਜੱਜਸ ਦੀ, ਮੇਰਾ ਕਹਿਣਾ ਹੈਗਾ ਜਿੱਥੇ ਤੁਸੀਂ ਆਰਥਿਕ ਪੱਖ ਤੋਂ ਕਿਹਾ ਹੈਗਾ, ਦੇਖੋ ਗੱਲ ਇਹ ਹੈਗੀ ਹੈ ਕਿ ਅਸੀਂ ਇੱਕ ਮਾਂ-ਬਾਪ ਦੇ ਬੱਚੀ ਔਰ ਬੱਚੇ ਨੂੰ ਦੋ ਨਜ਼ਰਾਂ ਨਾਲ ਕਿਵੇਂ ਦੇਖ ਸਕਦੇ ਹਾਂ। ਇੱਕ ਮਾਂ-ਬਾਪ ਦੀ ਜਿਹੜੀ ਔਲਾਦ ਹੈਗੀ ਸਿੱਧੂ ਸਾਹਿਬ, ਉਹਨਾਂ ਦੇ ਹੱਕ ਅਲੱਗ ਕਿਵੇਂ ਹੋ ਜਾਂਦੇ ਨੇ, ਉਹਨਾਂ ਉਹ ਹੱਡ ਮਾਸ ਦੇ ਪੁਤਲੇ ਨੇ, ਉਹਨਾਂ ਦਾ ਖੂਨ ਨੇ ਉਸ ਮਾਂ-ਬਾਪ ਦਾ, ਉਹਨਾਂ ਨੂੰ ਅਸੀਂ ਕਿਵੇਂ ਅਲੱਗ ਕਰਕੇ ਦੋ ਅਲੱਗ ਦੇਖ ਸਕਦੇ ਹਾਂ। ਮੈਂ ਇੱਥੇ ਗੁਰਬਾਣੀ ਨੂੰ ਕੋਟ ਕੀਤੇ ਬਗੈਰ ਨਹੀਂ ਰਹਿ ਸਕਦੀ। ਗੁਰਬਾਣੀ ਚੌਥੇ ਪਾਤਸ਼ਾਹ ਕਹਿੰਦੇ ਨੇ, ਨਾਰੀ ਪੁਰਖ ਪੁਰਖ ਸਭ ਨਾਰੀ, ਸਭ ਏਕੋ ਪੁਰਖ ਮੁਰਾਰੀ। ਸੋ ਸਾਨੂੰ ਅਗਰ ਅਸੀਂ ਸਪਿਰਚੁਅਲ ਇਹਦਾ ਸਪੋਰਟ ਵੀ ਲਈਏ ਤੇ ਇਹਦੇ ਵਿੱਚ ਅਸੀਂ ਬਿਲਕੁਲ ਵੀ ਦੋ ਅੱਖਾਂ ਨਾਲ ਨਹੀਂ ਦੇਖ ਸਕਦੇ। ਇੱਕ ਅੱਖ ਨਾਲ ਹੀ ਪੇਰੈਂਟਸ ਜਿਹੜੇ ਦੇਖਦੇ ਨੇ। ਜਿੱਥੋਂ ਤੱਕ ਆਰਥਿਕ ਪੱਖ ਹੈਗਾ, ਦੇਖੋ ਜਦੋਂ ਅਸੀਂ ਇੱਕ ਮਾਂ-ਬਾਪ ਦੇ ਬੱਚੇ ਹਾਂ ਤਾਂ ਸਾਡੇ ਕੋਰਟ ਨੇ ਬੜਾ ਬਖੂਬੀ ਇਸ ਨੂੰ ਇਨਇਕੁਐਲਿਟੀ ਨੂੰ ਰਿਮੂਵ ਕੀਤਾ ਹੈਗਾ ਕਿ ਜਿਹੜਾ ਹੈਗਾ ਰਾਈਟਸ ਬੱਚੀ ਦੇ ਬੇਟੀ ਦੇ ਉਹ ਬਰਾਬਰ ਰਹਿਣਗੇ ਹਮੇਸ਼ਾ ਹੀ, ਔਰ ਰੈਟਰੋਸਪੈਕਟਿਵ ਰਹਿਣਗੇ, ਔਰ ਇਸ ਨੂੰ ਹਮੇਸ਼ਾ ਵਾਸਤੇ ਹੀ ਉਹ ਉਸ ਦੀ ਹੱਕਦਾਰ ਰਹੇਗੀ। ਜਿੱਥੇ ਰਿਹਾ ਆਰਥਿਕ ਪੱਖ, ਜੇ ਅਸੀਂ ਕਹਿੰਦੇ ਹਾਂ ਕਿ ਲੜਕੀ ਨੂੰ ਤਾਂ ਜੀ ਅਸੀਂ ਦਾਜ ਦੇਤਾ, ਉਹਦੇ ਵਿਆਹ ਤੇ ਤਾਂ ਅਸੀਂ 50 ਲੱਖ ਲਾਤਾ,
ਫਰਜ਼ ਪੂਰਾ ਕਰਤਾ, ਹੁਣ ਉਹਦਾ ਕੋਈ ਹੱਕ ਨਹੀਂ, ਹੁਣ ਭਰਾ ਦਾ ਸਭ ਕੁਝ ਹੈ। ਤੇ ਮੈਂ ਪੁੱਛਣਾ ਚਾਹੁੰਦੀ ਆ ਇਸ ਤਰ੍ਹਾਂ ਦੀ ਸੋਚ ਰੱਖਣ ਵਾਲਿਆਂ ਨੂੰ ਕਿ ਜਿਹੜਾ ਲੜਕਾ ਵਿਆਹਿਆ, ਜਿਹੜੀ ਉਹਦੀ ਘਰਵਾਲੀ ਆਈ, ਉਹ 50 ਲੱਖ ਦਾ ਕਹਿੰਦੇ ਕਰੋੜ ਲੈ ਕੇ ਆਵੇ ਤੇ ਉਹ ਰਾਈਟ ਹੈ, ਤੇ ਲੇਕਿਨ ਲੜਕੀ ਨੂੰ ਸਿਰਫ ਇੱਕ ਦਾਜ ਦੀ ਜਿਹੜੀ ਆ ਰਸਮ ਨਿਭਾ ਕੇ ਅਸੀਂ ਮੁਕਤ ਹੋ ਜਾਈਏ। ਸੋ ਜਿਹੜਾ ਇਹ ਫੈਸਲਾ, ਇਹ ਜਿੱਥੇ ਅਸੀਂ ਇਹਦਾ ਸਵਾਗਤ ਕਰਦੇ ਹਾਂ, ਕੋਰਟ ਨੂੰ ਸੈਲੂਟ ਕਰਦੇ ਹਾਂ, ਉੱਥੇ ਅਸੀਂ ਇੱਕ ਔਰਤਾਂ ਦੀ ਰਾਖੀ ਵਾਸਤੇ ਉਹਨਾਂ ਨੂੰ ਇੱਕ ਅੱਛਾ ਕਦਮ ਮੰਨਦੇ ਹਾਂ ਔਰ ਇਸ ਨੂੰ ਬਹੁਤ ਵਧੀਆ ਸਮਾਜ ਦੇ ਨਤੀਜੇ ਆਉਣਗੇ। ਬਾਕੀ ਸਿੱਧੂ ਸਾਹਿਬ ਸਾਨੂੰ ਵੈਲਕਮ ਕਰਨ ਨੂੰ ਤਾਂ ਹਰ ਚੀਜ਼ ਨੂੰ ਟਾਈਮ ਲੱਗਦਾ, ਅਸੀਂ ਹਰ ਤਰ੍ਹਾਂ ਦਾ ਕੋਈ ਵੀ ਰੀਜ਼ਨ ਹੋਵੇ, ਪਹਿਲਾਂ ਸਾਨੂੰ ਲੱਗਦਾ ਕਿ ਨਹੀਂ ਇਹ ਕੁੜੀਆਂ ਤਾਂ ਜਦੋਂ ਵਿਆਹੀਆਂ ਗਈਆਂ ਘਰੋਂ ਬਾਹਰ ਨੇ, ਭਾਵੇਂ ਮਾਂ-ਬਾਪ ਤਾਂ ਇਸ ਤਰ੍ਹਾਂ ਨਹੀਂ ਸੋਚਦੇ, ਲੇਕਿਨ ਕਈ ਵਾਰੀ ਜਿੱਥੋਂ ਤੱਕ ਅਸੀਂ ਕਹਿੰਦੇ ਕਿ ਭੈਣਾਂ ਭਰਾਵਾਂ ਵਿੱਚ ਕਹਿੰਦੇ ਕਿ ਕਲੇਸ਼ ਹੋਏਗਾ, ਉਹਦਾ ਭਰਾਵਾਂ ਹੋ ਗਈਆਂ ਜੀ ਸਿੱਧੂ ਸਾਹਿਬ, ਪਰਾਇਆ ਧਨ ਤਾਂ ਪਰਾਇਆ ਧਨ, ਲੇਕਿਨ ਭਰਾਵਾਂ ਵਿੱਚ ਵੀ ਕਲੇਸ਼ ਹੋ ਜਾਂਦਾ, ਦੈਨ ਵੇਅਰ ਯੂ ਸਟੈਂਡ, ਰਾਈਟ। ਸੋ ਮੇਰਾ ਮਤਲਬ ਹੈ ਕਿ ਇੱਕ ਅੱਛਾ ਸਟੈਪ ਹੈਗਾ, ਇੱਕ ਫੰਡਾਮੈਂਟਲ ਰਾਈਟਸ ਦੀ ਰਾਖੀ ਹੈਗੀ ਹੈ, ਜਿਹੜਾ ਹੈਗਾ ਕਿ ਅਸੀਂ ਇਹ ਜਿਹੜਾ ਸੀਗਾ ਪੁਰਾਣੇ ਸਮੇਂ ਤੋਂ ਚੱਲੇ ਆ ਰਹੇ ਇਨਇਕੁਐਲਿਟੀ, ਉਸ ਨੂੰ ਕੋਰਟ ਨੇ, ਆਨਰੇਬਲ ਕੋਰਟ ਨੇ ਜਿੱਥੇ ਰਿਮੂਵ ਕੀਤਾ ਹੈ, ਉੱਥੇ ਇਹ ਵੀ ਐਨਸ਼ੋਰ ਕੀਤਾ ਹੈ ਕਿ ਰਾਈਟਸ ਦੇ ਨਾਲ ਲਾਇਬਿਲਿਟੀਜ਼ ਵੀ ਉਹਨਾਂ ਦੀਆਂ ਸੇਮ ਰਹਿਣਗੀਆਂ ਆਪਣੇ ਭਰਾ ਦੀ ਤਰ੍ਹਾਂ, ਆਪਣੇ ਮਾਂ-ਬਾਪ ਦੇ ਪ੍ਰਤੀ। ਧੰਨਵਾਦ ਜੀ ਬਿਲਕੁਲ, ਥੈਂਕ ਯੂ ਵੈਰੀ ਮਚ ਡਾਕਟਰ ਜੋਤੀ ਸੇਠ। ਤੁਸੀਂ ਔਰਤਾਂ ਦੇ ਮਾਮਲਿਆਂ ਦਾ ਬੜੇ ਲੰਬੇ ਸਮੇਂ ਤੋਂ ਜਿਹੜਾ ਵੱਖ-ਵੱਖ ਮੁੱਦਿਆਂ ਦੇ ਤੁਹਾਡੇ ਕੰਮ ਹੈ, ਜੋ ਹੁਣ ਸੁਪਰੀਮ ਕੋਰਟ ਦਾ ਫੈਸਲਾ ਹੈ, ਇਹਦਾ ਇੱਕ ਇਹ ਵੀ ਪਹਿਲੂ ਹੈ ਕਿ ਸਾਡੇ ਜਿਹੜੇ ਸਮਾਜਿਕ ਰਿਸ਼ਤੇਦਾਰੀਆਂ ਦੀ ਆਪਾਂ ਜਦੋਂ ਗੱਲ ਕਰਦੇ ਹਾਂ, ਭੈਣ ਭਰਾ ਦੀ, ਬਾਪ ਬੇਟੀ ਦੀ, ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈ ਕਿ ਪਰਿਵਾਰਕ ਤੌਰ ਤੇ ਜਿਹੜੇ ਸਮਾਜਿਕ ਰਿਸ਼ਤੇ ਹੈ ਉਹਨਾਂ ਨੂੰ ਵੀ ਪ੍ਰਭਾਵਿਤ ਕਰਨ ਦੇ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਆ। ਡਾਕਟਰ ਜੋਤੀ ਸੇਠ, ਕਿਵੇਂ ਦੇਖਦੇ ਹੋ ਇਸ ਨਾਜ਼ੁਕ ਪਹਿਲੂ ਤੋਂ? ਉਹਦੇ ਨਾਲ ਮੈਂ ਕੁਝ ਜੋੜਨਾ ਚਾਹਾਂਗੀ। ਬਹੁਤ ਸਹੀ ਕਿਹਾ ਕਿ ਜੈਂਡਰ ਇਕੁਐਲਿਟੀ ਲਈ ਇਹ ਇੱਕ ਬਹੁਤ ਵੱਡਾ ਸਟੈਪ ਹੈ। ਮਾਂ-ਬਾਪ ਨੂੰ ਦੇਖਣਾ ਕਿ ਇੱਕੋ ਨਜ਼ਰ ਨਾਲ ਚਾਹੀਦਾ ਬੱਚਿਆਂ ਨੂੰ, ਲੇਕਿਨ ਸਾਡੀ ਸਮਾਜਿਕ ਤੇ ਸੰਸਕ੍ਰਿਤਿਕ ਜਿਹੜੀ ਪਰੰਪਰਾਵਾਂ ਹੈ ਉਹ ਕੁੜੀ ਨੂੰ ਫਰਕ ਤਰੀਕੇ ਨਾਲ ਪਰਵਰਿਸ਼ ਹੁੰਦੀ ਹੈ ਤੇ ਮੁੰਡੇ ਦੀ ਫਰਕ ਤਰੀਕੇ ਨਾਲ। ਤੇ ਹਰ ਕੁੜੀ ਕਹਿੰਦੀ ਹੈ, ਮੈਂ ਪੜ੍ਹਾਉਂਦੀ ਹਾਂ ਕਾਲਜ ਵਿੱਚ, ਤੇ ਜਦ ਮੈਂ ਪੁੱਛਦੀ ਸੀਗੀ ਕੁੜੀਆਂ ਨੂੰ ਕਿ ਤੁਸੀਂ ਆਪਣਾ ਹੱਕ, ਆਪਣੀ ਜਾਇਦਾਦ, ਫਾਦਰ ਦੀ ਜਾਇਦਾਦ ਲਓਗੇ, ਤੇ ਉਹ ਕਹਿੰਦੇ ਸੀ 99% ਕਹਿੰਦੀਆਂ ਸੀ ਨਹੀਂ। ਜਿਹੜੀਆਂ ਸਿੰਗਲ ਗਰਲ ਚਾਈਲਡ ਹੈ ਉਹ ਤਾਂ ਠੀਕ ਹੈ, ਕਿਉਂਕਿ ਉਹ ਕਹਿੰਦੇ, ਇੱਕ ਕੁੜੀ ਮੈਨੂੰ ਕਹਿੰਦੀ, ਮੇਰਾ ਭਰਾ ਕਹਿੰਦਾ ਹੈ ਕਿ ਜ਼ਮੀਨ ਤੇ ਤੂੰ ਅੱਖ ਨਾ ਰੱਖੀ, ਮੈਂ ਤੈਨੂੰ 2 ਗੱਡੀਆਂ ਲੈ ਦਊਂਗਾ। ਜਿੱਦਾਂ ਮੈਡਮ ਨੇ ਕਿਹਾ, ਡਾਊਰੀ ਵਿੱਚ ਤੁਸੀਂ 50 ਲੱਖ ਲਾ ਕੇ ਕੁੜੀ ਨੂੰ ਡਾਊਰੀ ਦੇਤੀ ਤੇ ਉਹਨੂੰ ਕਿਹਾ ਕਿ ਤੇਰੇ ਵਿਆਹ ਤੇ ਅਸੀਂ ਪੈਸਾ ਲਾਤਾ ਤੇ ਡਾਊਰੀ ਦੇਤੀ। ਮੁੰਡੇ ਦੇ ਵਿਆਹ ਤੇ ਵੀ ਉਨਾ ਹੀ ਪੈਸਾ ਲਾਤਾ, ਪਰ ਜਾਇਦਾਦ ਮੁੰਡੇ ਨੂੰ ਮਿਲਦੀ ਹੈ, ਕੁੜੀ ਨੂੰ ਮਿਲਦੀ ਨਹੀਂ। ਆਰਥਿਕ ਕਦੀ ਜਦ ਤੱਕ ਕੁੜੀਆਂ ਦੀ ਬਿਹਤਰ ਨਹੀਂ ਹੋਏਗੀ, ਤਦ ਤੱਕ ਸਮਾਜਿਕ ਸਟੇਟਸ ਉਹਨਾਂ ਦਾ ਨਹੀਂ ਬਦਲੇਗਾ। ਓਪਰਚੁਨਿਟੀ ਵੀ ਨਹੀਂ ਦਿੱਤੀ ਜਾਂਦੀ ਸੇਮ ਪਰਿਵਾਰਾਂ ਵਿੱਚ, ਤੇ ਇਹ ਇੱਕ ਬਹੁਤ ਵੱਡਾ ਸਟੈਪ ਹੈ। ਸੁਪਰੀਮ ਕੋਰਟ ਨੇ ਲੀਗਲ ਬੁੱਕ ਵਿੱਚ ਜਿੱਦਾਂ ਅਸੀਂ ਕਹਿੰਦੇ ਲਾਅ ਫਰਮ ਅਬਵ ਬਣਾ ਕੇ ਇੱਕ ਸੋਸ਼ਲ ਸਮਾਜ ਨੂੰ ਪਰਿਵਰਤਨ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਇਟਸ ਅ ਰੀਅਲੀ ਗੁੱਡ ਥਿੰਗ ਵਿਚ ਇਜ਼ ਹੈਪਨਿੰਗ। ਡਾਕਟਰ ਜੋਤੀ, ਪਰਿਵਰਤਨ ਲਿਆਉਣ ਦੀ ਕੋਸ਼ਿਸ਼ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਤੁਸੀਂ ਲੜਕਿਆਂ ਦੇ ਮਾਮਲੇ 'ਚ ਤੁਸੀਂ ਜ਼ਿਕਰ ਵੀ ਕੀਤਾ ਹੈ, ਤੁਸੀਂ ਲੜਕੀਆਂ ਨੂੰ ਕਾਲਜਾਂ 'ਚ ਜਿੱਦਾਂ ਪੜ੍ਹਾਉਂਦੇ ਆ ਸਵਾਲ ਵੀ ਪੁੱਛਿਆ ਉਹਨਾਂ ਤੋਂ, ਪਰ ਇੱਕ ਜਿਸ ਤਰ੍ਹਾਂ ਦਾ ਕੁੜੀਆਂ ਦੀ ਹੇਠਲੇ ਪੱਧਰ ਤੋਂ ਲੈ ਕੇ ਪਾਲਣ ਪੋਸ਼ਣ ਹੁੰਦਾ ਹੈ, ਉਹਨਾਂ ਨੂੰ ਲੱਗਦਾ ਹੀ ਨਹੀਂ ਹੈਗਾ ਕਿ ਆਪਣੇ ਭਰਾ ਦੀ ਜਾਇਦਾਦ 'ਚੋਂ ਜਾਂ ਆਪਣੀ ਬਾਪ ਦੀ ਜਾਇਦਾਦ 'ਚੋਂ ਕੋਈ ਹੱਕ ਮੰਗਣ ਦਾ ਉਹਨਾਂ ਦਾ ਅਧਿਕਾਰ ਹੈ। ਸੋ ਬਹੁਤ ਵੱਡੀ ਜ਼ਰੂਰਤ ਹੈ ਕਿ ਕੁੜੀਆਂ ਨੂੰ ਹੇਠਲੀ ਪੱਧਰ ਤੋਂ, ਇਹ ਤਾਂ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਨਾ, ਕਿ ਇਸ ਤਰ੍ਹਾਂ ਉਹਨਾਂ ਦੀ ਪਰਸਨੈਲਿਟੀ ਬਿਲਡਅਪ ਕੀਤੀ ਜਾਵੇ ਕਿ ਉਹਨਾਂ ਦੇ 'ਚ ਅਧਿਕਾਰ ਆਵੇ ਕਿ ਵੀ ਅਸੀਂ ਆਪਣੇ ਮਾਂ-ਬਾਪ ਦੀ ਜਾਇਦਾਦ 'ਚੋਂ ਹਿੱਸਾ ਵੀ ਲੈ ਸਕਦੇ ਹਾਂ। ਕਾਨੂੰਨ ਜ਼ਰੂਰ ਬਣ ਗਿਆ, ਪਰ ਸਮਾਜਿਕ ਤੌਰ ਤੇ ਅਜੇ ਇਸ ਮਾਮਲੇ 'ਚ ਕੁੜੀਆਂ ਲੱਗਦਾ ਹੈ ਬਹੁਤ ਹੀ ਪਿੱਛੇ ਹੈ। ਬਿਲਕੁਲ ਲੈ ਸਕਦੇ ਨਹੀਂ, ਉਨ੍ਹਾਂ ਮਤਲਬ ਕੋਰਟ ਨੇ ਹੱਕ ਦਿੱਤਾ ਕਿ ਉਹਨਾਂ ਚੈਲੰਜ ਸਾਡੇ ਲਈ ਇਹ ਹੈਗਾ ਕਿ ਅਸੀਂ ਇਹ ਅਵੇਅਰਨੈਸ ਔਰਤਾਂ ਕੋਲ ਲੈ ਜਾਈਏ, ਉਹਨਾਂ ਨੂੰ ਦੱਸੀਏ ਕਿ ਕਿੱਦਾਂ ਉਹਨਾਂ ਦੇ ਕੀ ਹੱਕ ਨੇ,
नाले चैलेंज ये भी है कि मानसिकता साडी बदल रही है दोनों पुरुषां ते महिला लागू कि महिला की भी ਜਿਹੜੀ पेट्रियार्की पूरी मानसिकता है बनाती है कि नहीं मेरा भरा मेरा मेरा जो भी पुरुष साथी है ਉਹਦੇ ਕੋਲ ਹੱਕ ਹੋਏ ਮੈਨੂੰ ਤਾਂ ਪਤਾ ਨਹੀਂ ਕਿੱਦਾਂ ਨਹੀਂ ਪਤਾ ਅਸੀਂ ਕੋਸ਼ਿਸ਼ ਕਰਾਂਗੇ ਤਾਂ ਸਾਨੂੰ ਸਭ ਕੁਝ ਪਤਾ ਲੱਗ ਜਾਂਦਾ ਬੈਂਕ ਦਾ ਕੰਮ ਵੀ ਕਰਦੇ ਹਾਂ ਸਭ ਕੁਝ ਕਰਦੇ ਹਾਂ ਉਹ ਇੱਕ ਬਣਾਇਆ ਹੋਇਆ ਜਾਲ ਹੈ ਕਿ ਤੁਸੀਂ ਇਹ ਨਹੀਂ ਕਰ ਸਕਦੇ ਉਹ ਨਹੀਂ ਕਰ ਸਕਦੇ ਜਦ ਤੱਕ ਅਸੀਂ ਇਹਦੇ ਤੋਂ ਨਿਕਲ ਕੇ ਕੁਝ ਐਫਰਟ ਨਹੀਂ ਕਰਾਂਗੇ ਤਦ ਤੱਕ ਪਰਿਵਰਤਨ ਨਹੀਂ ਹੋਏਗਾ ਐਂਡ ਸਾਡੇ ਕੋਲ ਰੋਲ ਮਾਡਲਸ ਨੇ women have changed their lives मैं थोड़ा ਜਿਹਾ ਤੁਹਾਨੂੰ ਸ਼ੇਅਰ ਕਰਨਾ ਚਾਹਾਂਗੀ ਕਿ ਇੱਕ UNO ਦੀ ਰਿਪੋਰਟ ਦੇ ਵਿੱਚ ਇਹ ਕਿਹਾ ਹੈਗਾ ਹੈ ਕਿ ਔਰਤਾਂ ਗਲੋਬਲ ਪੋਪੂਲੇਸ਼ਨ ਦਾ ਅੱਧਾ ਹਿੱਸਾ ਨੇ ਕਿ ਉਹ ਲੇਬਰ ਫੋਰਸ 1/3 ਲੇਬਰ ਫੋਰਸ ਔਰਤਾਂ ਨਾਲ ਬਣਦੀ ਹੈ ਜਿਹੜੀ ਇਨਕਮ ਹੈ ਵਰਲਡ ਦੀ ਉਹ ਕੇਵਲ 1/10 ਔਰਤਾਂ ਕੋਲ ਹੈ ਤੇ ਜਿਹੜੀ ਪ੍ਰਾਪਰਟੀ ਹੈ ਵਰਲਡ ਦੀ ਪ੍ਰਾਪਰਟੀ ਉਹ 1% ਤੋਂ ਵੀ ਘੱਟ ਔਰਤਾਂ ਦੀ ਹੈ ਤੇ ਜਿੰਨਾ ਆਵਰਸ ਆਫ ਲੇਬਰ ਕੰਟਰੀਬਿਊਟ ਕਰਦੀ ਹੈ ਉਹ ਵਰਲਡ ਦਾ ਜਿੰਨਾ ਕੰਮ ਹੈ 2/3 ਆਫ ਦੈਟ ਵਰਕ ਇਜ਼ ਡਨ ਸੋ ਤੁਸੀਂ ਦੇਖੋ ਕਿ ਕਿੰਨਾ ਡਿਸਪ੍ਰੋਪੋਰਸ਼ਨੇਟ ਐਂਡ therefore Okay. recognize ਕਿ ਔਰਤਾਂ ਦਾ ਰੋਲ ਔਰਤਾਂ ਦੇ ਹੱਕ ਤੇ ਇਕਨੋਮਿਕ ਜਿਹੜਾ ਉਹਨਾਂ ਦੀ परिस्थिति है ਉਹਨੂੰ ਬਿਹਤਰ ਬਣਾਉਣ ਦੇ ਨਾਲ ਉਹਨਾਂ ਦੀ ਸਮਾਜ ਸੰਸਕ੍ਰਿਤਿਕ ਤੇ ਪਰਿਵਾਰਿਕ परिस्थिति ਵੀ better and we have a more equal ਜੀ। society ਓਕੇ ਥੈਂਕ ਯੂ ਡਾਕਟਰ ਜੋਤੀ ਸੇਠ ਕਮਲਜੀਤ ਜੀ ਜਦੋਂ ਆਪਾਂ ਲੀਗਲ ਐਂਗਲ ਤੋਂ ਵੀ ਦੇਖਦੇ ਹਾਂ ਬੇਸ਼ੱਕ ਸਮਾਜਿਕ ਰਿਸ਼ਤਿਆਂ ਦੀ ਆਪਾਂ ਗੱਲ ਕਰਦੇ ਹਾਂ ਤੁਸੀਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜੇ ਸੀਨੀਅਰ ਪੋਜੀਸ਼ਨਾਂ ਦੇ ਵਿੱਚ ਕੰਮ ਕਰਦੇ ਹੋ ਤੁਹਾਡੇ ਕੋਲੇ ਬਹੁਤ ਸਾਰੇ ਕੇਸਿਸ ਇੱਦਾਂ ਦੇ ਆਉਂਦੇ ਵੀ ਹੋਣਗੇ ਹੁਣ ਜਿਹੜਾ ਨਵਾਂ ਲਾ ਆਇਆ ਇਹਦੇ ਮੁਤਾਬਕ ਜਿਹੜਾ ਇਹ ਖਦਸ਼ਾ ਪ੍ਰਗਟ ਕੀਤਾ ਜਾ ਕਿ ਭੈਣ ਭਰਾਵਾਂ ਦੇ ਵਿੱਚ ਰਿਸ਼ਤਿਆਂ 'ਚ ਤਰੇੜ ਆਏਗੀ ਦੁਸ਼ਮਣੀਆਂ ਵਧਣਗੀਆਂ ਕੇਸ ਵਧਣਗੇ ਕੁਝ ਲੋਕ ਤਾਂ ਉਹ ਹੈ ਜਿਹੜੇ ਚਾਹੁੰਦੇ ਨਹੀਂ ਇੱਦਾਂ ਦੇ ਖਦਸ਼ੇ ਪ੍ਰਗਟ ਕਰ ਰਹੇ ਆ ਜੀ ਉਹ ਕਹਿੰਦੇ ਕਿ ਕੁੜੀਆਂ ਨੂੰ ਸ਼ੁਰੂ 'ਚੋਂ ਜੰਮਦਿਆਂ ਜਿੱਦਾਂ ਕੋਖ 'ਚ ਮਾਰਨ ਦੀ ਗੱਲ ਸੀ ਹੁਣ ਜੇ ਉਹਨਾਂ ਨੂੰ ਪਤਾ ਹੋਏਗਾ ਕਿ ਸਾਡਾ ਹਿੱਸਾ ਲੰਘਣਗੀਆਂ ਭਰਾ ਦੇ ਬਰਾਬਰ ਦਾ ਹਿੱਸਾ ਲੈਣਗੀਆਂ ਤਾਂ ਉਹਨਾਂ ਨੂੰ ਘਰ ਦੇ ਵਿੱਚ ਸ਼ੁਰੂ 'ਚ ਉਸ ਤਰੀਕੇ ਦੇ ਨਾਲ ਜਿਹੜਾ ਹੈਗਾ ਟਰੀਟ ਕੀਤਾ ਜਾਏਗਾ ਕਿ ਤਾਂ ਬਰਾਬਰ ਦੀ ਸ਼ਰੀਕ ਜੰਪੀ ਹੈ ਕੀ ਇਹ ਐਂਗਲ ਵੀ ਇਸ ਫੈਸਲੇ ਦੇ ਨਾਲ ਉੱਭਰ ਕੇ ਸਾਹਮਣੇ ਆਏਗਾ ਇਹ ਐਂਗਲ ਤੇ ਡੈਫੀਨਿਟਲੀ ਕੇਸਿਸ ਕਈ ਵਾਰੀ ਲੀਗਲ ਇੰਪਲੀਕੇਸ਼ਨਸ ਇਹਦੀਆਂ ਬਹੁਤ ਜ਼ਿਆਦਾ ਨੇ ਔਰ ਸੋਸ਼ਲ ਇੰਪਲੀਕੇਸ਼ਨਸ ਉਸ ਤੋਂ ਵੀ ਜ਼ਿਆਦਾ ਹੈ ਵੀ ਕਿਆ ਘਰ ਯੂਨਾਈਟਿਡ ਜਾਂ ਜਿਹੜੀ ਜੁਆਇੰਟ ਹਿੰਦੂ ਫੈਮਿਲੀ ਹੈ ਉਹਦੀ ਜੁਆਇੰਟਨੈਸ ਤੇ ਕੋਈ ਖਤਰਾ ਤਾਂ ਨਹੀਂ ਆ ਸਕਦਾ ਜਾਂ ਸ਼ਾਂਤੀ 'ਚ ਖਤਰਾ ਤਾਂ ਨਹੀਂ ਆ ਸਕਦਾ ਪਾਰਟਿਕੂਲਰਲੀ ਜਦੋਂ ਔਰਤ ਦੀ ਸ਼ਾਦੀ ਹੋ ਗਈ ਔਰ ਉਹ ਇੱਕ ਮੈਂ ਇਹ ਬਿਲਕੁਲ ਨਹੀਂ ਸੁਜੈਸਟ ਕਰ ਰਿਹਾ ਵੀ ਉਹਦਾ ਮਾਇਕੇ ਤੋਂ ਰਿਲੇਸ਼ਨਸ਼ਿਪ ਖਤਮ ਹੋ ਗਿਆ ਪਰ ਉਹ ਇੱਕ ਆਪਣੇ ਸਸੁਰਾਲ ਪਰਿਵਾਰ ਵਿੱਚ ਜਾਂ ਆਪਣੇ ਹਸਬੈਂਡ ਦੇ ਨਾਲ ਇੱਕ ਵੱਖਰੇ ਪਰਿਵਾਰ ਵਿੱਚ ਉਸ ਔਰਤ ਨੇ ਰਹਿਣਾ ਸ਼ੁਰੂ ਕਰ ਦਿੱਤਾ ਤਾਂ ਇੱਕ ਬੜਾ ਆਮ ਭਾਵਨਾ ਹੈ ਸਾਡੀ ਧਾਰਨਾ ਵੀ ਹੈ ਕਿ ਔਰਤ ਦਾ ਉਸ ਤੋਂ ਬਾਅਦ ਆਪਣੇ ਮਾਇਕੇ ਪਰਿਵਾਰ ਨੂੰ ਆਪਣੇ ਸਸੁਰਾਲ ਪਰਿਵਾਰ ਨੂੰ ਆਪਣੇ ਪੇਰੈਂਟਸ ਹੀ ਗਿਣ ਕੇ ਉੱਥੇ ਹੀ ਸੇਵਾ ਕੀਤੀ ਜਾਂਦੀ ਹੈ ਉਹ ਜ਼ਰੂਰ ਆਪਣੇ ਘਰ ਆਉਂਦੀ ਹੈ ਇਹ ਤਾਂ ਜੁਡੀਸ਼ਲੀ ਰੈਕਗਨਾਈਜ਼ੇਬਲ ਪ੍ਰਿੰਸੀਪਲ ਹੈ ਕਿ ਇੱਕ ਡਾਟਰ ਹਮੇਸ਼ਾ ਡਾਟਰ ਰਹਿੰਦੀ ਹੈ ਸ਼ਾਦੀ ਤੋਂ ਪਹਿਲਾਂ ਵੀ ਸ਼ਾਦੀ ਤੋਂ ਬਾਅਦ ਵੀ ਜਦੋਂ ਇੱਕ ਬੇਟਾ ਸ਼ਾਦੀ ਤੋਂ ਪਹਿਲਾਂ ਬੇਟਾ ਹੈ ਸ਼ਾਦੀ ਤੋਂ ਬਾਅਦ ਕੋਈ ਜ਼ਰੂਰੀ ਨਹੀਂ ਕਿ ਉਹ ਮਾਂ-ਬਾਪ ਦੀ ਸੇਵਾ ਉਸੇ ਤਰ੍ਹਾਂ ਕਰੇ ਜਿਵੇਂ ਕਿ ਉਹ ਤੋਂ ਐਕਸਪੈਕਟਡ ਹੈ ਸੋ ਡਾਟਰ ਦੀ ਜਿਹੜੀ ਹੈ ਭਾਵਨਾ ਆਪਣੇ ਮਾਇਕੇ ਪ੍ਰਤੀ ਹੈ ਉਹ ਵੀ ਓਨੀਆਂ ਹੀ ਸਟਰੋਂਗ ਰਹਿੰਦੀਆਂ ਨੇ ਔਰ ਰਹਿਣੀਆਂ ਚਾਹੀਦੀਆਂ ਵੀ ਨੇ ਤਾਂ ਹੀ ਸਾਡਾ ਸੋਸ਼ਲ ਫੈਬਰਿਕ ਠੀਕ ਬਣਿਆ ਰਹੇਗਾ ਪਰ ਮੈਂ ਜ਼ਰੂਰ ਸੁਜੈਸਟ ਕਰਦਾ ਜੇ ਤੁਸੀਂ ਇਹਨੂੰ ਸੁਜੈਸ਼ਨ ਦੇ ਤੌਰ ਤੇ ਆਪਣੇ ਘਰਾਂ ਦੇ ਵਿੱਚ ਤਾਂ ਕਿ ਬਹੁਤੀਆਂ ਲੀਗਲੀ ਕੋਈ ਕੰਪਲਿਕੇਸ਼ਨਸ ਨਾ ਆਉਣ ਕਿ ਔਰਤ ਨੂੰ ਡੈਫੀਨੇਟਲੀ ਜੋ ਉਹਦਾ ਹੱਕ ਰਿਕਗਨਾਈਜ਼ ਕੀਤਾ ਗਿਆ ਸੀ 2005 ਦੀ ਅਮੈਂਡਮੈਂਟ ਦੇ ਵਿੱਚ ਉਹਨੂੰ ਉਹਦਾ ਡੈਫੀਨੇਟਲੀ ਉਹ ਹੱਕ ਮਿਲਣਾ ਚਾਹੀਦਾ ਉਸ ਹੱਕ ਦੇ ਐਜ਼ ਏ ਡਾਟਰ ਐਜ਼ ਏ ਵਾਈਫ ਐਜ਼ ਏ ਵਿਡੋ ਡਾਟਰ ਉਸ ਹੱਕ ਦੇ ਲਈ ਇੰਟਾਈਟਲਡ ਹੈ ਜੇ ਇੰਟਾਈਟਲਡ ਹੈ ਤੇ ਕਨਸਟੀਟਿਊਸ਼ਨਲੀ ਉਹਨੂੰ ਇਕੁਐਲਿਟੀ ਮਿਲੀ ਹੋਈ ਹੈ ਜੇ ਇੰਟਾਈਟਲਡ ਹੈ ਤੇ ਉਹਦੀ ਡਿਸਕ੍ਰਿਮੀਨੇਸ਼ਨ ਰਿਮੂਵ ਹੋ ਰਹੀ ਹੈ ਪਰ ਜਿਹੜੀ ਹੁਣ ਐਗਰੀਕਲਚਰਲ ਸੁਸਾਇਟੀ ਹੈ ਜਿਹੜੀ ਸਾਨੂੰ ਨਾਰਦਰਨ ਇੰਡੀਆ ਵਿੱਚ ਜ਼ਿਆਦਾ ਪ੍ਰੀਵੇਲ ਕਰ ਰਹੀ ਹੈ ਜਿਹਨੂੰ ਅਸੀਂ ਮਿਤਾਕਸ਼ਰਾ ਲਾ ਕਹਿੰਦੇ ਆ ਜਿਹੜੇ ਵੈਸਟਰਨ ਤੇ ਸਾਊਥਰਨ ਵਾਲੇ ਨੇ ਉਹਨੂੰ ਦਇਆਬਾਗਾ ਸਕੂਲ ਕਹਿੰਦੇ ਨੇ ਜਿਹੜੀ ਮਿਤਾਕਸ਼ਰਾ ਲਾ ਦੀ ਜਿਹੜੀ ਨਾਰਦਰਨ ਇੰਡੀਆ ਦੀ ਸੁਸਾਇਟੀ ਐਗਰੀਕਲਚਰਲ
ਉਹਦੇ ਵਿੱਚ ਮੁਸ਼ਕਲ ਇਹ ਹੈ ਕਿ ਜਿਹੜੇ ਬੇਟੇ ਨੇ ਉਹ ਜ਼ਿਆਦਾਤਰ ਉਸ ਪ੍ਰੋਪਰਟੀ ਨੂੰ ਜਾਂ ਐਂਸੈਸਟਰਲ ਲੈਂਡ ਨੂੰ ਕਲਟੀਵੇਟ ਕਰਕੇ ਉਹਨਾਂ ਦੀ ਸਰਵਾਈਵਲ ਉੱਤੇ ਡਿਪੈਂਡੈਂਟ ਹੁੰਦੀ ਹੈ। ਜਦੋਂ ਕਿ ਇੱਕ ਬੇਟੀਆ ਸ਼ਾਦੀ ਤੋਂ ਬਾਅਦ ਆਪਣੇ ਸਸੁਰਾਲ ਘਰ ਚਲੀ ਜਾਂਦੀ ਹੈ, ਉਹਦੀ ਡਿਪੈਂਡੈਂਸ ਉਸ ਐਂਸੈਸਟਰਲ ਲੈਂਡ ਤੇ ਨਹੀਂ ਹੁੰਦੀ। ਬੇਟੇ ਦੇ ਜਿਹੜੇ ਤਾਂ ਇਸ ਕਰਕੇ ਮੇਰੀ ਸੁਜੈਸ਼ਨ ਹੈ, ਜੋ ਸੁਪਰੀਮ ਕੋਰਟ ਦਾ ਡਿਸੀਜਨ ਹੈ ਇਹ ਬਹੁਤ ਵੈਲਕਮ ਡਿਸੀਜਨ ਹੈ। ਇਹ ਡਿਸੀਜਨ ਜਾਂ ਸੈਕਸ਼ਨ 6 ਦੀ ਜਿਹੜੀ ਹਿੰਦੂ ਸਕਸੈਸ਼ਨ ਐਕਟ ਦੀ ਇਹਦੀ ਇੰਟਰਪ੍ਰੀਟੇਸ਼ਨ ਡਿਫਰੈਂਟ ਕੋਰਟਸ ਨੇ ਡਿਫਰੈਂਟ ਤਰ੍ਹਾਂ ਨੇ ਦਿੱਤੀ ਹੋਈ ਸੀ, ਔਰ ਕਨਫਲਿਕਟਿੰਗ ਵਿਊ ਹੋਣ ਕਰਕੇ ਹੀ ਕਿ ਵੱਖ-ਵੱਖ ਬੈਂਚਸ ਨੇ ਵੱਖ-ਵੱਖ ਵਿਊਜ਼ ਦਿੱਤੇ ਨੇ, ਕਨਫਲਿਕਟਿੰਗ ਵਿਊਜ਼ ਕਰਕੇ ਹੀ ਇਹ ਲਾਰਜਰ ਬੈਂਚ ਨੇ ਹੁਣ ਇਹਨੂੰ ਸੈਕਸ਼ਨ 6 ਦੀ ਇੰਟਰਪ੍ਰੀਟੇਸ਼ਨ ਨੂੰ ਕਾਫੀ ਹੱਦ ਤੱਕ ਕਲੀਅਰ ਕਰ ਦਿੱਤਾ ਹੈ। ਸੋਸ਼ਲ ਫੈਬਰਿਕ ਨੂੰ ਬਣਾਉਣ ਦੇ ਲਈ, ਕਿਉਂਕਿ ਜਿਹੜਾ ਕਾਨੂੰਨ ਸਾਡਾ ਹੈ ਇਹ ਬੇਸਿਕਲੀ ਵੇਦਾਸ ਤੋਂ, ਸ਼ਾਸਤਰਾਂ ਤੋਂ, ਸਮ੍ਰਿਤੀਸ ਤੋਂ ਜੋ ਪੁਰਾਣੇ ਟਾਈਮ ਤੋਂ ਚੱਲਦੇ ਆ ਰਹੇ ਨੇ, ਇਹ ਉਹਦੇ ਬੇਸ ਤੇ ਅਸੀਂ ਕਾਨੂੰਨ ਇੱਕ ਆਪਣੇ ਆਪ ਨੂੰ ਦਿੱਤਾ ਹੈ ਵਿਦ ਅਮੈਂਡਮੈਂਟਸ ਜਿਹੜੀਆਂ ਟਾਈਮ ਟੂ ਟਾਈਮ ਆਉਂਦੀਆਂ ਰਹੀਆਂ। ਇਸ ਕਾਨੂੰਨ ਨੂੰ ਅਸੀਂ ਆਪਣੇ ਆਪ ਨਹੀਂ ਦਿੱਤਾ ਹੈ ਕਿ ਅਸੀਂ ਆਪਣੀ ਸੁਸਾਇਟੀ ਵਿੱਚ ਸਾਡਾ ਰਹਿਣ ਬਹਿਣ ਸਹਿਣ ਸਾਡਾ ਚਾਲ ਚਲਣ ਕਿਸ ਤਰ੍ਹਾਂ ਹੋਏਗਾ। ਇਹ ਕਾਨੂੰਨ ਅਸੀਂ ਆਪਣੇ ਆਪ ਨਹੀਂ ਬਣਾਇਆ ਕਿ ਅਸੀਂ ਕਿਸ ਤਰ੍ਹਾਂ ਇੱਕ ਦੂਜੇ ਨਾਲ ਵਿਚਰਾਂਗੇ। ਇਸ ਜਜਮੈਂਟ ਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਹੈ, ਲੇਕਿਨ ਇਸ ਸੋਸ਼ਲ ਫੈਬਰਿਕ ਨੂੰ ਮੇਨਟੇਨ ਕਰਨ ਦੇ ਲਈ ਹੁਣ ਸਰਕਾਰਾਂ ਨੂੰ ਕੀ ਚਾਹੀਦਾ ਹੈ, ਕਿਉਂਕਿ ਸੁਪਰੀਮ ਕੋਰਟ ਦਾ ਲੈਜਿਸਲੇਚਰ ਦੀ ਇੰਟੈਂਟ ਕਾਨੂੰਨ ਨੂੰ ਇੰਟਰਪ੍ਰੇਟ ਕਰ ਰਹੀ ਹੈ ਕਿ ਇੰਟੈਂਟ ਕੀ ਸੀ, ਇੰਟੈਂਸ਼ਨ ਕੀ ਸੀ, ਇਹ ਅਮੈਂਡਮੈਂਟ ਕਿਉਂ ਆਈ, ਔਰ ਹੁਣ ਇਹਦੀ ਐਕਚੁਅਲ ਜੋ ਇੰਟਰਪ੍ਰੀਟੇਸ਼ਨ ਹੈ ਕੀ ਬਣਦੀ ਹੈ। ਜੁਡੀਸ਼ਰੀ ਦਾ ਰੋਲ ਤੇ ਇੰਨਾ ਹੈ, ਪਰ ਜਿਹੜਾ ਸੋਸ਼ਲ ਫੈਬਰਿਕ ਨੂੰ ਉਹ ਸਰਕਾਰ ਨੂੰ ਹਾਲੇ ਦੇਖਣਾ ਪਏਗਾ। ਔਰ ਮੇਰੇ ਹਿਸਾਬ ਦੇ ਨਾਲ ਕਿ ਜਿਹੜੇ ਮੇਲ ਮੈਂਬਰ ਸ਼ਾਦੀ ਤੋਂ ਬਾਅਦ ਔਰ ਜਾਂ ਸ਼ਾਦੀ ਤੋਂ ਪਹਿਲਾਂ ਪਿੰਡ ਵਿੱਚ ਹੀ ਨੇ, ਉਸ ਐਗਰੀਕਲਚਰਲ ਲੈਂਡ ਤੇ ਡਿਪੈਂਡੈਂਟ ਨੇ, ਔਰ ਉਸ ਐਗਰੀਕਲਚਰਲ ਲੈਂਡ ਤੇ ਉਹਨਾਂ ਦੀ ਅੱਗੋਂ ਫੈਮਿਲੀਜ਼ ਡਿਪੈਂਡੈਂਟ ਨੇ, ਉਹ ਸ਼ਹਿਰਾਂ ਵਿੱਚ ਮੂਵ ਨਹੀਂ ਕੀਤੇ ਜਾਂ ਇੰਨਾ ਪੜ੍ਹ ਲਿਖ ਕੇ ਸਰਕਾਰੀ ਨੌਕਰੀ ਜਾਂ ਕਿਸੇ ਪ੍ਰਾਈਵੇਟ ਨੌਕਰੀ ਦੇ ਵਿੱਚ ਨਹੀਂ ਗਏ ਕਿ ਉਹਨਾਂ ਦੀ ਡਿਪੈਂਡੈਂਸ ਉਸ ਐਗਰੀਕਲਚਰਲ ਲੈਂਡ ਤੋਂ ਖਤਮ ਹੋ ਜਾਏ, ਉਹਨਾਂ ਨੂੰ ਕੁਝ ਹੱਦ ਤੱਕ ਜ਼ਰੂਰ ਐਡਵਾਂਟੇਜ ਦੇਣਾ ਚਾਹੀਦਾ ਹੈ। ਮੇਬੀ ਇਸ ਕਾਰਨ ਕਰਕੇ ਕਿ ਉਹਨਾਂ ਨੇ ਉਹ ਲੈਂਡ ਉਨੀ ਦੇਰ ਤੱਕ ਰਿਟੇਨ ਕੀਤੀ ਹੋਈ ਹੈ, ਮਾਂ-ਬਾਪ ਦੀ ਜ਼ਮੀਨ ਹੀ ਸਮਝੋ ਪਰ ਰਿਟੇਨ ਕੀਤੀ ਹੋਈ ਹੈ। ਔਰ ਉਸ ਕੇਸ ਦੇ ਵਿੱਚ ਕਾਨੂੰਨ ਨੂੰ ਕੀ ਚਾਹੀਦਾ ਹੈ ਕਿ ਲੜਕੀ ਜਦੋਂ ਆਪਣਾ ਹੱਕ ਐਕਸਰਸਾਈਜ਼ ਕਰੇ, ਇਹ ਹਾਲੇ ਅਮੈਂਡਮੈਂਟ ਇਹ ਫਰਦਰ ਆਉਣੀ ਚਾਹੀਦੀ ਹੈ ਜੋ ਸਾਡੇ ਨੋਰਮਸ ਸੋਸਾਈਟਲ ਨੋਰਮਸ ਬਣਨ ਤਾਂ ਕਿ ਲਿਟੀਗੇਸ਼ਨ ਨਾ ਆਏ, ਤਾਂ ਕਿ ਲੜਕੀ ਜੋ ਆਪਣਾ ਹੱਕ ਐਕਸਰਸਾਈਜ਼ ਕਰੇ ਆਪਣੇ ਰਾਈਟ ਦਾ ਜ਼ਰੂਰ ਕਰਨਾ ਚਾਹੀਦਾ। ਉਸ ਹੱਕ ਦੇ ਉੱਤੇ ਇੱਕ ਕੰਡੀਸ਼ਨ ਲਾ ਦੇਣੀ ਚਾਹੀਦੀ ਹੈ ਕਿ ਉਹ ਪਹਿਲਾਂ ਆਪਣੇ ਭਰਾਵਾਂ ਨੂੰ ਜਾਂ ਆਪਣੇ ਮਾਂ-ਬਾਪ ਨੂੰ ਜਾਂ ਆਪਣੇ ਜਿਸ ਵੀ ਰਿਸ਼ਤੇਦਾਰ ਦੀ ਵੀ ਉਸ ਵੇਲੇ ਹੋਣ ਦੇ ਚੋਂ ਜ਼ਮੀਨ ਹੈ ਕਿ ਉਹਨਾਂ ਨੂੰ ਇੱਕ ਰਿਟਨ ਵਿੱਚ ਆਫਰ ਜ਼ਰੂਰ ਹੋਣੀ ਚਾਹੀਦੀ ਹੈ ਕਿ ਅਸੀਂ ਸਰਕਲ ਰੇਟ ਜਾਂ ਕਲੈਕਟਰ ਰੇਟ ਤੇ ਅਸੀਂ ਤੁਹਾਨੂੰ ਦੇਣ ਨੂੰ ਤਿਆਰ ਹਾਂ। ਕਿਉਂਕਿ ਖਦਸ਼ਾ ਉਦੋਂ ਹੋਏਗਾ, ਪਰਿਵਾਰਾਂ 'ਚ ਭੰਗ ਉਦੋਂ ਸ਼ਾਂਤੀ ਹੋਏਗੀ ਜਦੋਂ ਇੱਕ ਥਰਡ ਪਾਰਟੀ ਉਸੇ ਜ਼ਮੀਨ ਦੇ ਵਿੱਚ ਆ ਕੇ ਖਰੀਦ ਕੇ ਬੈਠ ਗਈ। ਜਿੰਨੀ ਦੇਰ ਤੱਕ ਬਹੁਤ ਅਹਿਮ ਸਵਾਲ ਹੈ ਜੀ ਸਰ, ਇੰਨੀ ਸ਼ਾਂਤੀ ਭੰਗ ਨਹੀਂ ਹੋਏਗੀ। ਜਦੋਂ ਇੱਕ ਤੀਜੀ ਪਾਰਟੀ ਨੂੰ ਡਾਟਰ ਨੇ ਦੇ ਦਿੱਤੀ ਜਾਂ ਸੌਰੀ ਥੈਂਕ ਯੂ ਸਰ ਆਪਾਂ ਨੂੰ ਮਜਬੂਰੀ ਹੈ ਬ੍ਰੇਕ ਦੀ, ਮੈਂ ਇਸ ਮੁੱਦੇ ਤੇ ਵਾਪਸ ਆ ਰਿਹਾ। ਲੈਣਾ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਸੇ ਅਹਿਮ ਮੁੱਦੇ ਤੇ ਆ ਰਹੇ ਵਾਪਸ। ਸੁਪਰੀਮ ਕੋਰਟ ਨੇ ਜਿਹੜੇ ਧੀਆਂ ਨੂੰ ਹੱਕ ਦਿੱਤੇ ਹੈ ਉਹਦੇ ਨਾਲ ਆਰਥਿਕ ਤੌਰ ਤੇ ਸਮਾਜਿਕ 'ਚ ਕਿੰਨਾ ਕੁ ਉਹਨਾਂ ਦਾ ਮਾਣ ਸਤਿਕਾਰ ਜਾਂ ਸੈਲਫ ਕੌਨਫੀਡੈਂਸ ਬਣੇਗਾ ਜਾਂ ਸਮਾਜਿਕ ਰਿਸ਼ਤਿਆਂ 'ਚ ਕੋਈ ਆਏਗੀ ਤਰੇੜ, ਇਹਨਾਂ ਹੀ ਮਾਮਲਿਆਂ ਤੇ ਕਰਾਂਗੇ ਆਪਾਂ ਚਰਚਾ ਨਿੱਕੀ ਜੀ ਬ੍ਰੇਕ ਦੇ ਬਾਅਦ। ਨਜ਼ਰੀਆ ਦੀ ਡਿਬੇਟ ਦਰਸ਼ਕਾਂ ਦਾ ਸਵਾਗਤ। ਡਾਕਟਰ ਜੋਤੀ ਸੇਠ, ਤੁਸੀਂ ਕਮਲਜੀਤ ਸਿੰਘ ਦੇ ਕਮੈਂਟ ਸੁਣੇ ਆ, ਉਹਨਾਂ ਦਾ ਕਹਿਣਾ ਹੈ ਕਿ ਬਿਲਕੁਲ ਠੀਕ ਹੈ ਕਿ ਕਾਨੂੰਨੀ ਤੌਰ ਤੇ ਹੱਕ ਮਿਲਣਾ ਚਾਹੀਦਾ ਹੈ, ਪਰ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਖਾਸ ਤੌਰ ਤੇ ਜਿਹੜੀ ਐਗਰੀਕਲਚਰ ਸਾਈਡ ਹੈ, ਖੇਤੀਬਾੜੀ ਕਰਨ ਵਾਲੇ ਲੋਕ ਹੈ, ਉੱਥੇ ਕਈ ਪੇਚੀਦਗੀਆਂ ਖੜੀਆਂ ਹੋ ਸਕਦੀਆਂ। ਜੋ ਪ੍ਰਾਪਰਟੀ ਦਾ ਹਿੱਸਾ ਧੀਆਂ ਜਿਹੜੀਆਂ ਹੈਗੀਆਂ ਕੁੜੀਆਂ ਕਿਸੇ ਹੋਰ ਨੂੰ ਵੇਚ ਦਿੰਦੀਆਂ ਤਾਂ ਲੜਾਈਆਂ ਝਗੜੇ ਆਪਸ 'ਚ ਜਿਹੜਾ ਹੈਗਾ ਰਿਲੇਸ਼ਨਸ਼ਿਪ ਵਿਗੜਨ ਦੇ ਮਾਮਲੇ। ਕੀ ਲੱਗਦਾ ਹੈ ਕਿ ਇਹ ਮੁੱਦੇ ਦੇਖੇ ਜਾਣ ਦੀ ਜਾਂ ਇਹਨਾਂ ਤੇ ਇੱਕ ਦੁਆਰਾ ਪੁਨਰ ਵਿਚਾਰ ਦੀ ਜ਼ਰੂਰਤ ਹੈ ਜਾਂ ਇਹ ਖਾਮ-ਖਾ ਇੱਕ ਖਦਸ਼ਾ ਖੜਾ ਕੀਤਾ ਜਾ ਰਿਹਾ ਹੈ? ਡਾਕਟਰ ਜੋਤੀ ਸੇਠ, ਤੁਸੀਂ ਕਿਵੇਂ ਦੇਖਦੇ ਹੋ ਇਸ ਮੁੱਦੇ ਤੇ? ਐਕਚੁਅਲੀ ਜਿਹੜੀ ਨੋਰਮੇਟਿਵ ਸਿਸਟਮਸ ਹੈ ਉਹਨਾਂ ਨੂੰ ਧਿਆਨ ਤੇ ਰੱਖਣਾ ਜ਼ਰੂਰੀ ਹੈ, ਲੇਕਿਨ ਅਸੀਂ ਇਹ ਪ੍ਰਿਜ਼ਿਊਮ ਕਰਾਂ ਕਿ ਔਰਤ ਜਾਂ ਕੁੜੀ ਆਪਣਾ ਲੈਂਡ ਕਲਟੀਵੇਟ ਨਹੀਂ ਕਰ ਸਕਦੀ। ਅੱਜ ਕੱਲ੍ਹ ਔਰਤਾਂ ਸਭ ਕੁਝ ਕਰ ਰਹੀਆਂ, ਨਾਲੇ ਜੇ ਅਸੀਂ ਉਹਨਾਂ ਨੂੰ ਉਹਨਾਂ ਦੀ ਰਾਈਟ ਤੋਂ ਵੰਚਿਤ ਕਰ ਦਾਂਗੇ ਤੇ ਫਿਰ ਉਹ ਕਦ ਖੜੀ ਹੋਣਗੇ।
ਹੋਏਗੀ ਕੁੜੀ। ਨਾਲੇ ਭਰਾਵਾਂ ਵਿੱਚ ਵੀ ਤਾਂ ਲੜਾਈ ਹੋ ਜਾਂਦੀ ਹੈ, ਭਰਾ ਵੀ ਤਾਂ ਲੜਾਈ ਕਰਕੇ ਵੱਖ ਹੋ ਜਾਂਦੇ ਆ, ਵੇਚ ਕੇ ਲੈਂਡ ਚਲੇ ਗਏ ਇੰਨੇ ਲੋਕ ਕੈਨੇਡਾ। ਜੇ ਕੁੜੀਆਂ ਇੱਥੇ ਹੈਗੀਆਂ ਉਹ ਆਪਣਾ ਲੈਂਡ ਬਚਾ ਕੇ ਰੱਖਣਗੀਆਂ ਸ਼ਾਇਦ, ਕੀ ਪਤਾ ਉਹਨਾਂ ਦੇ ਪਰਿਵਾਰ ਉਹ ਕਲਟੀਵੇਟ ਕਰਨ ਲੈਂਡ ਐਂਡ ਇੰਡਸਟਰੀ ਨੂੰ ਨਾ ਵੇਚਣ। The whole issue is कि ऐसी presumability पे चल रहे हैं। Of course I agree कि agricultural society है, लेकिन औरत भी cultivate कर सकती है लैंड, ਉਹਦਾ परिवार भी कर सकता है। ਉਹਨੂੰ ਜਦ ਤੁਸੀਂ right ही नहीं दोगे तो करेगी ਕੀ? Fragmentation of holding ਤਾਂ ਹੋ ਹੀ ਰਹੀ ਹੈ, ਉਹ ਤਾਂ ਇੱਕ reality ਹੈ ਪੰਜਾਬ ਦੀ। ਲੇਕਿਨ ਜਦ ਤੱਕ ਅਸੀਂ ਉਹਨੂੰ ਹੱਕ ਨਹੀਂ ਦੇਵਾਂਗੇ, ਹੁਣ ਫਾਦਰ ਦਾ ਦੇਹਾਂਤ ਹੋਇਆ ਤੇ ਉਹ ਤੋਂ ਉੱਥੇ ਹੀ ਲਿਖਵਾ ਲਿਆ, ਇਮੋਸ਼ਨਲੀ ਬਲੈਕਮੇਲ ਕਰਕੇ ਉਹ ਤੋਂ ਉੱਥੇ ਲਿਖਵਾ ਲਿਆ ਕਿ ਜੀ ਮੈਂ ਆਪਣੇ ਭਰਾ ਨੂੰ ਦੇ ਦਿੰਦੀ ਹਾਂ। ਸ਼ੀ ਕਾਂਟ ਥਿੰਕ ਫॉर ਹਰਸੈਲਫ ਕਿ ਮੈਨੂੰ ਵੀ ਚਾਹੀਦੀ ਹੈ, ਕੀ ਪਤਾ ਉਹਨੂੰ ਜ਼ਰੂਰਤ ਵੀ ਹੋਏ। ਤੇ ਆਈ ਥਿੰਕ ਵੀ ਸ਼ੁਡ ਟੇਕ ਦ ਹੋਲ ਰੂਲਿੰਗ ਇਨ ਅ ਵੈਰੀ ਪੋਜ਼ਿਟਿਵ ਮੈਨਰ so that ਔਰਤਾਂ ਦੀ ਜੈਂਡਰ ਜਸਟਿਸ ਤੇ ਜੈਂਡਰ ਰਾਈਟਸ ਨੂੰ ਅਸੀਂ ਹਾਨੀ ਨਾ ਪਹੁੰਚਾਈਏ ਔਰ ਇੱਕ ਇਕੁਅਲ ਸਮਾਜ ਦੀ ਬੈਟਰ ਰਿਲੇਸ਼ਨਸ਼ਿਪ ਸ਼ਾਇਦ ਫਾਰਮ ਹੋ ਜਾਣ, ਸ਼ਾਇਦ ਭਰਾਵਾਂ ਨਾਲ ਵੀ ਬੈਟਰ ਰਿਲੇਸ਼ਨਸ਼ਿਪਸ ਹੋ ਜਾਣਗੇ, ਉਹਨਾਂ ਦੀ ਆਪਣੀ ਪਰਿਵਾਰਿਕ ਔਰਤਾਂ ਦੀ ਪਰਿਸਥਿਤੀ ਬੈਟਰ ਹੋ ਜਾਏਗੀ। ਆਈ ਥਿੰਕ ਦੈਟ ਇਜ਼ ਟੂ ਬੀ ਕੰਸੀਡਰਡ। ਜੀ ਡਾਕਟਰ ਸਾਹਿਬ, ਛੋਟਾ ਜਿਹਾ ਸਵਾਲ ਇੱਕ ਹੋਰ, ਜਦੋਂ ਤੁਸੀਂ ਗੱਲ ਕਰਦੇ ਹੋ ਕਿ ਪ੍ਰਾਪਰਟੀ ਦਾ ਰਾਈਟ ਰਹਿਣਾ ਚਾਹੀਦਾ ਹੈ, ਜੋ ਆਪਣੇ ਇਨਲਾਜ਼ ਵੀ ਹੈਗੀਆਂ ਸਹੁਰੇ ਪਰਿਵਾਰ 'ਚ ਹੀ ਬੈਠੀਆਂ, ਤਾਂ ਜਿਹੜਾ ਉਹਨਾਂ ਦਾ ਪਿਛੋਕੜ ਅਗਰ ਪ੍ਰਾਪਰਟੀ ਦਾ ਰਾਈਟ ਹੈਗਾ ਤਾਂ ਸ਼ਾਇਦ ਆਪਣੇ ਇਨਲਾਜ਼ ਦੇ ਵਿੱਚ ਵੀ ਜਿਹੜਾ ਹੈਗਾ ਜ਼ਿਆਦਾ ਕੌਨਫੀਡੈਂਸ ਨਾਲ ਜਾਂ ਚੰਗੇ ਤਰੀਕੇ ਨਾਲ ਆਪਣੀ ਇੱਜ਼ਤ ਦੀ ਜ਼ਿੰਦਗੀ ਜਿਉ ਸਕਦੀਆਂ, ਜਿਨ੍ਹਾਂ ਨੂੰ ਪਤਾ ਹੋਏ ਕਿ ਸਾਨੂੰ ਜਿਹੜਾ ਹੈਗਾ ਪਿੱਛੋਂ ਸਾਡੇ ਕੁਛ ਰਾਈਟਸ ਹੈਗੇ ਹੈ, ਅਸੀਂ ਆਪਣੇ ਇਨਲਾਜ਼ ਦੇ ਰਹਿਮੋ ਕਰਮ 'ਤੇ ਨਹੀਂ ਬੈਠੀਆਂ। ਐਬਸੋਲੂਟਲੀ, ਕਿਉਂਕਿ ਕਿ ਅਸੀਂ ਰਿਸਰਚਰਸ ਹੈਗੀਆਂ, ਜਿੱਥੇ ਔਰਤ ਦੇ ਕੋਲ ਪ੍ਰਾਪਰਟੀ ਹੈਗੀ ਹੈ ਉਹਦਾ ਸਟੇਟਸ ਡੈਫੀਨਿਟਲੀ ਬਦਲੇਗਾ। ਜਿੱਥੇ ਔਰਤ ਕੋਲ ਕੋਈ ਪ੍ਰਾਪਰਟੀ ਨਹੀਂ ਹੈ, ਕੋਈ ਆਰਥਿਕ ਰਿਸੋਰਸ ਨਹੀਂ ਹੈ, ਉਹਦੀ ਸਟੇਟਸ ਡਾਇਰੈਕਟਲੀ ਲੋ ਸਟੇਟਸ ਨਾਲ ਉਹਦੀ ਜੁੜੀ ਹੋਈ ਹੈ। ਪਿਤਰੀ ਸੱਤਾ ਨੂੰ ਸੂਟ ਕਰਦਾ ਹੈ ਕਿ ਉਹ ਰਿਸੋਰਸਿਸ ਦਾ ਕੰਟਰੋਲ, ਆਰਥਿਕ ਕੰਟਰੋਲ ਪੁਰਸ਼ ਕੋਲ ਹੋਵੇ। ਲੇਕਿਨ ਜਦ ਤੱਕ ਔਰਤਾਂ ਕੋਲ ਇਕੁਅਲ ਕੰਟਰੋਲ ਨਹੀਂ ਆਉਂਦਾ, ਉਹਨਾਂ ਦੀ ਪਰਿਸਥਿਤੀ, ਉਹਨਾਂ ਦੀ ਆਵਾਜ਼, ਉਹਨਾਂ ਦੀ ਕੌਨਫੀਡੈਂਸ ਬਿਲਡਿੰਗ ਵਿੱਚ ਪਰਿਵਰਤਨ ਨਹੀਂ ਆਏਗਾ। ਐਂਡ ਆਈ ਥਿੰਕ ਲਾਈਕ ਸੀ ਮੇਰਾ ਘਰ ਮੇਰੇ ਨਾਮ ਤੇ, ਮੈਨੂੰ ਮੈਂਟਲੀ ਇੱਕ ਬਹੁਤ ਡਿਫਰੈਂਟ ਫੀਲਿੰਗ ਹੈ if I didn't have a house, supposing in my name, then it would एक मेंटल सिक्योरिटी बहुत है, एक सोशल सिक्योरिटी बहुत है, एक आर्थिक सिक्योरिटी है। ਉਹ ਸਾਨੂੰ ਜੇ ਔਰਤਾਂ ਵਿੱਚ ਆ ਜਾਂਦੀ ਹੈ, ਸਾਡਾ ਸਮਾਜ ਦਾ ਢਾਂਚਾ ਬਿਲਕੁਲ ਇੱਕ ਇਕੁਐਲਿਟੀ ਬੇਸਡ ਢਾਂਚਾ ਹੋ ਰਿਹਾ ਹੈ। ਐਂਡ ਬ੍ਰਦਰਸ ਵਿਲ ਆਲਸੋ ਰਿਸਪੈਕਟ ਦਿਸ, husbands will respect their wives, the in-laws will respect the woman, and the woman herself will respect herself. She is not to be dependent. ਉਹ ਸਿਰਫ ਡਿਪੈਂਡੈਂਟ ਵਿੱਚ ਆਈ ਗਈ ਹੈ, ਪਹਿਲੇ ਫਾਦਰ ਤੇ ਫਿਰ ਪਤੀ ਤੇ। ਜਦੋਂ ਇੰਡੀਪੈਂਡੈਂਟ ਹੋ ਸਕਦੀ ਹੈ, ਨॉन डिपेंडेंट ਇੱਕ ਇਨਸਾਨ ਬਣੇਗੀ, ਤਦੀ ਪਰਿਵਰਤਨ ਆਏ, ਤਦੀ ਇਕੁਐਲਿਟੀ ਹੋਵੇਗੀ। ਓਕੇ, ਥੈਂਕ ਯੂ ਡਾਕਟਰ ਸਹੋਤਾ। ਇਸ ਮੁੱਦੇ ਤੇ ਮੈਂ ਤੁਹਾਡੇ ਤੋਂ ਹੀ ਜਵਾਬ ਲੈਣਾ ਚਾਹਾਂਗਾ ਕਿ ਠੀਕ ਹੈ ਕਿ ਔਰਤਾਂ ਨੂੰ ਅਧਿਕਾਰ ਦਿੱਤੇ ਗਏ ਹੈ, ਪਰ ਇਹ ਵੱਡੀ ਪੱਧਰ ਤੇ ਔਰਤਾਂ ਦੇ ਅੰਦਰ ਵੀ ਤੇ ਮਰਦ ਪ੍ਰਧਾਨ ਸਮਾਜ ਦੀ ਗੱਲ ਜਿੱਦਾਂ ਡਾਕਟਰ ਜੋਤੀ ਸੇਠ ਨੇ ਕਹੀ ਹੈ, ਉਹ ਸਮਾਜ 'ਚ ਵੀ ਇਹ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਇਹਨਾਂ ਨਾਲ ਭੈਣਾਂ ਭਰਾਵਾਂ ਦੇ ਰਿਸ਼ਤਿਆਂ 'ਚ ਕੁੜੱਤਣ ਆਏਗੀ ਔਰ ਕਈ ਕੁਝ ਜਿਹੜਾ ਨਵਾਂ ਖਿਲਾਰਾ ਪਏਗਾ। ਇਹ ਵੀ ਕਿਸੇ ਵੱਲੋਂ ਕਿਹਾ ਗਿਆ ਕਿ ਇਹਦੇ ਨਾਲ ਪਰਿਵਾਰਾਂ ਦੇ ਅੰਦਰ ਜਿਹੜੀ ਦੁਸ਼ਮਣੀ ਹੈ ਉਹ ਵਧੇਗੀ, ਜਦੋਂ ਕਿ ਸੁਪਰੀਮ ਕੋਰਟ ਦੇ ਕਮੈਂਟਸ ਹੈਗੇ ਹੈ ਕਿ ਧੀ ਵੀ ਉਨੀ ਪਿਆਰੀ ਹੈ ਜਿੰਨਾ ਪਿਆਰਾ ਬੇਟਾ ਹੈ। ਜੀ ਡਾਕਟਰ ਸਹੋਤਾ। ਸਿੱਧੂ ਸਾਹਿਬ, ਜਿਹੜਾ ਜਸਟਿਸ ਮਿਸ਼ਰਾ ਨੇ ਬੜਾ ਬਿਊਟੀਫੁਲੀ ਉਹਨੂੰ ਮੈਂਸ਼ਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਬੇਟਾ ਉਦੋਂ ਤੱਕ ਬੇਟਾ ਜਦ ਤੱਕ ਵਾਈਫ ਨਹੀਂ ਉਹਦੀ ਆਉਂਦੀ, ਬਹੂ ਨਹੀਂ ਆਉਂਦੀ, ਤੇ ਬੇਟੀ ਵਿਆਹ ਤੋਂ ਪਹਿਲਾਂ ਵੀ ਬੇਟੀ ਹੈ ਤੇ ਵਿਆਹ ਤੋਂ ਬਾਅਦ ਵੀ ਬੇਟੀ ਹੈ। ਸੋ ਮੇਰਾ ਵੀ ਇਹ ਵਿਊ ਹੈ ਕਿ ਜਿਹੜਾ ਸਾਡਾ ਇਹ ਖਦਸ਼ਾ, ਮੈਂ ਕਿਸੇ ਹੱਦ ਤੱਕ ਇਹਦੇ ਨਾਲ ਸਹਿਮਤ ਨਹੀਂ ਹੈਗੀ, ਕਿਉਂਕਿ ਜਦੋਂ ਤੁਸੀਂ ਕੋਈ ਸਮਾਜ 'ਚ ਤਬਦੀਲੀ ਲਿਆਉਣੀ ਹੈ, ਮੋਰੋਵਰ ਸਾਡੇ ਜੁਡੀਸ਼ਰੀ ਦਾ ਬੜਾ ਹੀ ਵੈਲਕਮ ਸਟੈਪ ਹੈ, ਜਿਨ੍ਹਾਂ ਨੇ ਲੜਕਾ ਲੜਕੀ ਨਾ ਕਹਿ ਕੇ ਪਰਸਨ ਕਿਹਾ ਹੈਗਾ ਆਪਣੀ ਜੱਜਮੈਂਟ ਵਿੱਚ। ਦੇ ਹੈਵ ਯੂਜ਼ਡ ਵਰਡ ਪਰਸਨ, ਨਾਈਦਰ ਡਾਟਰ ਨੋਰ ਸਨ। ਦੂਸਰਾ ਹੈਗਾ ਕਿ ਮੈਂ ਪ੍ਰੈਕਟੀਕਲੀ ਇਹ ਕਹਿੰਦੀ ਹੈ ਕਿ ਜਦੋਂ ਸਾਡੀ ਸੈਕਸ਼ਨ 73-74 ਅਮੈਂਡਮੈਂਟ ਹੋਈ ਸੀਗੀ, ਪੰਚਾਇਤੀ ਰਾਜ ਸਿਸਟਮ ਦੇ ਵਿੱਚ ਵੈਬਨ ਨੂੰ 33% ਕੀਤਾ ਗਿਆ ਸੀ,
ਉਦੋਂ ਵੀ ਇਹ ਕਹਿੰਦੇ ਸੀਗੇ ਕਿ ਇਹ ਠੀਕ ਨਹੀਂ ਗਾ, ਲੇਕਿਨ ਅਲਟੀਮੇਟਲੀ ਉਸ ਨੂੰ ਐਕਸੈਪਟ ਕੀਤਾ ਗਿਆ। ਜਿਸ ਤਰ੍ਹਾਂ ਡਾਕਟਰ ਜੋਤੀ ਹੁਣ ਕਹਿ ਰਹੇ ਨੇ ਕਿ ਦੇਖੋ ਅੱਜ ਕੱਲ੍ਹ ਜਿਹੜਾ ਸਮਾਜ ਸੀ ਸਟੀਰੀਓਟਾਈਪ ਨਹੀਂ ਰਿਹਾ, ਨਾ ਹੀ ਐਗਰੀਕਲਚਰ ਬੇਸਡ ਫੁੱਲੀ ਹੈਗਾ। ਹੁਣ ਲੜਕੀਆਂ ਪੜ੍ਹੀਆਂ ਵੀ ਹੋਈਆਂ ਨੇ, ਬਰਾਬਰ ਕਮਾ ਵੀ ਰਹੀਆਂ, ਇਸੇ ਤਰ੍ਹਾਂ ਬਹੂਆਂ ਵੀ ਜਿਹੜੀਆਂ ਨੂੰਹਾਂ ਵੀ ਜਿਹੜੀਆਂ ਨੇ ਉਹ ਵੀ ਬਰਾਬਰ ਪਰਿਵਾਰ ਨੂੰ ਸਪੋਰਟ ਕਰ ਰਹੀਆਂ ਨੇ। ਔਰ ਉਹਦੇ ਵਿੱਚ ਜਿਹੜਾ ਇਨ-ਲॉज ਦਾ ਪਹਿਲਾਂ ਨੂੰਹ ਪ੍ਰਤੀ ਜਿਹੜਾ ਨਜ਼ਰੀਆ ਸੀਗਾ ਉਹ ਬਿਲਕੁਲ ਚੇਂਜ ਹੋ ਗਿਆ। ਹੁਣ ਆਮ ਦੇਖਣ ਨੂੰ ਮਿਲਿਆ ਕਿ ਜਿਹੜੀ ਮਦਰ ਇਨ ਲਾ ਪੜ੍ਹੀ ਲਿਖੀ ਹੈ, ਡਾਟਰ ਇਨ ਲਾ ਪੜ੍ਹੀ ਲਿਖੀ ਹੈ, ਦੇ ਆਰ ਐਬਸੋਲੂਟਲੀ ਚੇਂਜ, they are giving equal weightage, rather more weightage to the daughter-in-law than her own daughter, क्योंकि ये एक समाज दी सुचज्जी प्रक्रिया दा हैगा। दूसरा मैं थोड़ा प्रैक्टिकली एक मैंने याद आया, मैं अपने बेटे पास कैनेडा गई हुई सीगी, ਅਸੀਂ ਉੱਥੇ ਨਿਆਗਰਾ ਫਾਲ ਘੁੰਮਣ ਵਾਸਤੇ ਗਏ। ਇੱਕ ਹੋਰ ਕੋਈ ਫੈਮਿਲੀ ਆਈ ਘੁੰਮਣ ਵਾਸਤੇ, ਉਹਨਾਂ ਨੇ ਗੱਡੀ ਦੇ ਵਿੱਚੋਂ ਕੱਢੀ ਵੀਲ ਚੇਅਰ ਕੱਢੀ ਆਪਣੇ ਫਾਦਰ ਵਾਸਤੇ, ओल्ड ਜਿਹੜੇ ਸੀਗੇ, ਤਾਂ ਕਿ ਉਹ ਵੀ ਇੰਜੋਏ ਕਰ ਸਕਣ ਸਾਰੇ ਸੀਨ ਨੂੰ। ਤਾਂ ਉੱਥੇ ਇੱਕ ਬੰਦਾ ਹੋਰ ਆਪਣਾ ਪੰਜਾਬੀ ਸੀ, ਉਹਨੇ ਕਿਹਾ ਕਿ ਸਰਦਾਰ ਜੀ ਤੁਸੀਂ ਮੁੰਡੇ ਕੋਲੇ ਆਏ ਹੋ ਕਿ ਕੁੜੀ ਕੋਲ ਆਏ ਹੋ? ਉਹਨੇ ਕਿਹਾ ਜੀ ਵੀ ਮੈਂ ਕੁੜੀ ਕੋਲ ਆਇਆ, ਕਹਿੰਦਾ ਤਾਂ ਹੀ ਵੀਲ ਚੇਅਰ ਤੁਹਾਡੀ ਨਾਲ ਹੈ ਕਿ ਤੁਹਾਨੂੰ ਘੁਮਾਇਆ ਜਾਏ, ਜੇ ਮੁੰਡੇ ਕੋਲੇ ਆਉਂਦੇ ਤਾਂ ਸ਼ਾਇਦ ਤੁਹਾਡੀ ਇਹ ਸਥਿਤੀ ਨਾ ਹੁੰਦੀ। ਮਤਲਬ ਇਹ ਹੈ ਕਿ ਅਦਰਵਾਈਜ਼ ਆਲਸੋ ਅਸੀਂ ਲੜਕੀਆਂ ਨੂੰ ਜ਼ਿਆਦਾ ਸੈਂਸਿਟਿਵ, ਜ਼ਿਆਦਾ ਇਮੋਸ਼ਨਲੀ ਅਟੈਚ ਸਮਝਿਆ। ਜਿੱਥੋਂ ਤੱਕ ਹੈਗਾ ਕਿ ਭਰਾ ਦੁਸ਼ਮਣੀਆਂ ਹੋਣਗੀਆਂ, ਇਹ ਹੈ ਕਿ ਪੇਰੈਂਟਸ ਬੱਚਿਆਂ ਨੂੰ ਗਰੂਮ ਕਿਵੇਂ ਕਰਦੇ ਨੇ, ਉਹਨਾਂ ਦਾ ਪਾਲਣ ਪੋਸ਼ਣ ਕਿਵੇਂ ਕੀਤਾ ਜਾਂਦਾ, ਕਿ ਜਦੋਂ ਅਸੀਂ ਸ਼ੁਰੂ ਵਿੱਚ ਹੀ ਬਰਾਬਰ ਪੜ੍ਹਾਈ, ਬਰਾਬਰ ਖੁਰਾਕ, ਪਹਿਲੇ ਜ਼ਮਾਨੇ ਨਹੀਂ ਕਿਹਾ ਕਿ ਮਾਂ ਜਿਹੜੀ ਹੈ ਉਹ ਪੁੱਤ ਨੂੰ ਦੁੱਧ ਦਾ ਗਲਾਸ ਦੇ ਦੇਵੇ ਤੇ ਲੜਕੀ ਨੂੰ ਕਹਿ ਦੇਵੇ ਕਿ ਇਹ ਤਾਂ ਪਰਾਇਆ ਧਨ ਹੈ। ਅੱਜ ਤੁਸੀਂ ਦੇਖੋ, ਅੱਜ ਦਾ ਸਮਾਜ ਵਿੱਚ ਜਿਹੜੀ ਮੀਡੀਓਕਰ ਫੈਮਿਲੀਜ਼ ਵੀ ਨੇ ਸਿੱਧੂ ਸਾਹਿਬ, ਉੱਥੇ ਵੀ ਬੱਚੀਆਂ ਨੂੰ ਬਰਾਬਰ ਮੌਕੇ ਨਹੀਂ, ਬਲਕਿ ਦੇ ਆਰ ਬੈਟਰ ਪਰਫਾਰਮਰ ਦੈਨ देयर ਬ੍ਰਦਰ। ਸੋ ਇਹ ਜਿਹੜੇ ਖਦਸ਼ੇ ਨੇ, ਇਹ ਤਾਂ ਅਗਰ ਤੁਸੀਂ ਚੇਂਜ ਕਰਨੀ ਹੈ ਤਾਂ ਤੁਹਾਨੂੰ ਇਹਨਾਂ ਚੀਜ਼ਾਂ ਨੂੰ ਐਕਸੈਪਟ ਕਰਨਾ ਪਏਗਾ, ਪੋਜ਼ਿਟਿਵਲੀ ਲੈਣਾ ਪਏਗਾ, ਨੈਗੇਟਿਵਿਟੀ ਇਹ ਚੋਂ ਬਾਈਨਸ ਕਰਨੀ ਪਏਗੀ। ਇਹੀ ਕੋਰਟ ਦੀ ਜਿਹੜੀ ਵਰਡਿਕਟ ਹੈ, ਜਿਹੜੀ ਅਮੈਂਡਮੈਂਟ ਆ, ਇਹੀ ਉਹਨਾਂ ਨੇ ਬੜਾ ਬਿਊਟੀਫੁਲੀ ਇਸ ਨੂੰ ਮੈਂਸ਼ਨ ਕੀਤਾ ਹੈਗਾ ਕਿ ਜਿਹੜੀ ਲੜਕੀ ਹੈ ਉਹ ਆਪਣੇ ਮਾਂ-ਬਾਪ ਦੀ ਜਾਇਦਾਦ ਵਿੱਚ ਬਰਾਬਰ ਦੀ ਹੱਕ ਹੈ। ਜਿਸ ਤਰ੍ਹਾਂ ਲੜਕਾ ਉਹ ਕੇਵਲ ਹੱਕਦਾਰ ਹੀ ਨਹੀਂ, ਉਹ ਡਿਊਟੀਫੁਲ ਵੀ ਹੈ, ਉਹਦੀ ਲਾਇਬਿਲਿਟੀ ਵੀ ਹੈ। ਸੌਰੀ, ਇਹ ਵੀ ਨਹੀਂ ਕਹਿ ਸਕਦੇ ਕਿ ਜੇ ਤੇਰੇ ਮਾਂ-ਬਾਪ ਬਿਮਾਰ ਨੇ ਤੂੰ ਉਹਦੀ ਲੁੱਕ ਆਫਟਰ ਨਹੀਂ ਕਰਨੀ, ਜਾਂ ਤੇਰੇ ਬ੍ਰਦਰ ਤੇਰਾ ਦੂਧ ਰਾਡੇ ਹੈ ਤਾਂ ਉਹਦੇ ਮਾਂ-ਬਾਪ ਜਿਹੜੇ ਜਿਵੇਂ ਲੜਕੀ ਦੇ ਘਰ ਜਾ ਕੇ ਰਹਿਣਾ, ਉਹ ਕਹਿੰਦੇ ਸੀ ਅਸੀਂ ਤਾਂ ਨਹੀਂ ਕੁੜਮਾਂ 'ਚ ਰਹਿ ਸਕਦੇ, ਕੁੜਮਾਂ ਦੇ ਘਰ ਦਾ ਪਾਣੀ ਨਹੀਂ ਪੀਣਾ, ਉਹ ਚੀਜ਼ਾਂ ਵੀ ਚੇਂਜ ਹੋਣਗੀਆਂ। ਸੋ ਸਾਨੂੰ ਚੇਂਜ ਨੂੰ ਐਕਸੈਪਟ ਕਰਨ ਲਈ ਬਰੇਵ ਹਾਰਟ ਰੱਖਣਾ ਚਾਹੀਦਾ, ਬੜਾ ਦਿਲ ਕਰਕੇ ਰੱਖਣਾ ਚਾਹੀਦਾ। ਔਰ ਮੈਂ ਤਾਂ ਕਹਿੰਦੀ ਆ ਕਿ ਕਿਆ ਖੂਬਸੂਰਤ ਡਿਸੀਜਨ ਹੈਗਾ। ਸੋ ਇਸ ਨੂੰ ਸਾਨੂੰ ਐਕਸੈਪਟ ਕਰਨਾ ਚਾਹੀਦਾ, ਪੋਜ਼ਿਟਿਵਿਟੀ ਇਸ 'ਚ ਆਉਣੀ ਚਾਹੀਦੀ। ਥੈਂਕ ਯੂ ਵੈਰੀ ਮਚ। ਮਿਹਰਬਾਨੀ ਕਮਲਜੀਤ ਜੀ। ਜਿਸ ਮਾਮਲੇ ਤੇ ਆਪਾਂ ਗੱਲ ਕਰਦੇ ਹਾਂ, ਜਿੱਦਾਂ ਡਾਕਟਰ ਸਹੋਤਾ ਨੇ ਕਿਹਾ, ਸਮਾਜਿਕ ਤੌਰ ਤੇ ਜਿਹੜੀ ਮਾਨਸਿਕਤਾ ਉਹ ਬਦਲਣ ਦੀ ਜ਼ਰੂਰਤ ਇਸ ਕਰਕੇ ਵੀ ਹੈ। ਜਿੱਦਾਂ ਡਾਕਟਰ ਸਹੋਤਾ ਨੇ ਕਮੈਂਟਸ ਕੀਤਾ ਹੈ ਕਿ ਪੰਚਾਇਤਾਂ ਦੇ ਵਿੱਚ ਔਰਤਾਂ ਨੂੰ ਅਧਿਕਾਰ ਦਿੱਤੇ ਗਏ ਹੈ, ਕੋਈ ਇੰਨੇ ਫੀਸਦੀ ਸਰਪੰਚ ਖੜੇ ਹੋ ਸਕਦੀਆਂ, ਜ਼ਿਲ੍ਹਾ ਪ੍ਰੀਸ਼ਦ ਦੀਆਂ ਮੈਂਬਰ ਬਣ ਸਕਦੀਆਂ। ਜੇ ਸਮਾਜ ਦੀ ਮਾਨਸਿਕਤਾ ਨਹੀਂ ਬਦਲਦੀ ਕਮਲਜੀਤ ਜੀ, ਜਦੋਂ ਹੁਣ ਪਿੰਡ ਦੇ ਵਿੱਚ ਜਿਹੜੀ ਔਰਤ ਸਰਪੰਚ ਬਣਦੀ ਹੈ ਤਾਂ ਤੁਸੀਂ ਕਿਸੇ ਵੀ ਪਿੰਡ ਦੇ ਜਿਹੜਾ ਕਿ ਸਰਪੰਚ ਨੂੰ, ਜੇ ਉਹ ਮਹਿਲਾ ਸਰਪੰਚ ਹੈ, ਤੁਸੀਂ ਫੋਨ ਕਰਕੇ ਦੇਖ ਲਓ, ਅੱਗੇ ਉਹਦਾ ਪਤੀ ਫੋਨ ਉਠਾਏਗਾ, ਤੁਸੀਂ ਪੁੱਛੋਗੇ ਕੌਣ ਬੋਲ ਰਿਹਾ, ਉਹ ਕਹੇਗਾ ਮੈਂ ਸਰਪੰਚ ਬੋਲ ਰਿਹਾ, ਸਰਪੰਚ ਬੋਲਦੇ। ਉਹਦੀ ਬੀਵੀ ਸਰਪੰਚ ਹੈ, ਉਹਦਾ ਹਸਬੰਡ ਕਹੇਗਾ ਮੈਂ ਸਰਪੰਚ ਬੋਲ ਰਿਹਾ। ਇੱਥੋਂ ਤੱਕ ਕਿ ਇਹ ਮੁਸੀਬਤ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਜਿਹੜੀਆਂ ਸਰਕਾਰੀ ਮੀਟਿੰਗਾਂ ਹੁੰਦੀਆਂ, ਉਹਨਾਂ ਮੀਟਿੰਗਾਂ 'ਚ ਵੀ ਪਤੀ ਸਰਪੰਚ ਚਲੇ ਜਾਂਦੇ ਹੈ। ਸੋ ਇਸ ਕਰਕੇ ਜਿਹੜਾ ਲਾਅ ਦੀ ਗੱਲ ਕਰਦੇ ਹਾਂ, ਤੁਸੀਂ ਉੱਥੇ ਵੀ ਆਪਣੀ ਗੱਲ ਜ਼ਰੂਰ ਕਰਿਓ, ਕਮੈਂਟਸ ਕਰਿਓ। ਪਰ ਜਦ ਤੱਕ ਸਮਾਜਿਕ ਮਾਨਸਿਕਤਾ ਨਹੀਂ ਬਦਲੇਗੀ, ਇਕੱਲੇ ਕਾਨੂੰਨ ਜਿਹੜੇ ਹੈਗੇ ਸਾਰਥਕ ਨਹੀਂ ਹੋਣਗੇ ਔਰਤ ਨੂੰ ਬਰਾਬਰ ਦਾ ਅਧਿਕਾਰ ਦਿਵਾਉਣ ਲਈ। ਜੀ ਕਮਲਜੀਤ ਜੀ, ਕੀ ਦੇਖਦੇ ਹੋ ਇਸ ਮਾਮਲੇ 'ਚ? ਸਿੱਧੂ ਸਾਹਿਬ ਐਕਸਕਿਊਜ਼ ਮੀ, ਸਟੈਂਪ ਜਿਹੜੀ ਸਰਪੰਚ ਦੀ ਉਹ ਵੀ ਹਸਬੈਂਡ ਕੋਲ ਹੀ ਹੁੰਦੀ ਹੈ, ਕਿਉਂਕਿ ਮੈਂ ਇਹਦੇ ਤੇ ਰਿਸਰਚ ਕੀਤੀ ਸੀ ਇਸ ਅਮੈਂਡਮੈਂਟ ਤੇ। ਉਹਨਾਂ ਨੇ ਕਿਹਾ ਸੀ ਕਿ ਮੈਂ ਹੀ ਬੋਲਦਾ, ਤੁਸੀਂ ਮੇਰੇ ਨਾਲ ਗੱਲ ਕਰੋ, ਮੈਂ ਹੀ ਗੱਲ ਕਰਾਂਗਾ, ਮੈਂ ਹੀ ਸਰਪੰਚ ਹਾਂ। ਯੂ ਆਰ ਐਬਸੋਲੂਟਲੀ ਰਾਈਟ। ਮੈਂ ਹੀ ਸਰਪੰਚ ਹਾਂ ਜੀ, ਮੈਂ ਹੀ ਸਰਪੰਚ ਜੀ। ਥੈਂਕ ਯੂ ਵੈਰੀ ਮਚ ਕਮਲਜੀਤ ਜੀ। ਸਰ, ਇਹ ਸੁਪਰੀਮ ਕੋਰਟ ਨੇ ਜਿਹੜੀ ਸੈਕਸ਼ਨ 6 ਹਿੰਦੂ ਸਕਸੈਸ਼ਨ ਐਕਟ ਦੀ ਇੰਟਰਪ੍ਰੀਟੇਸ਼ਨ ਹੁਣ ਦਿੱਤੀ ਹੈ, ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈ, ਇਹਦੇ ਨਾਲ ਕਾਫੀ ਹੱਦ ਤੱਕ ਡਿਸਕ੍ਰਿਮੀਨੇਸ਼ਨ ਰਿਮੂਵ ਹੋ ਗਈ ਹੈ, ਇਕੁਐਲਿਟੀ ਰਿਸਟੋਰ ਹੋ ਗਈ ਹੈ। ਜਿਹੜੀ ਤੁਸੀਂ ਅਗਲਾ
ਕੁਐਸਚਨ ਕੀਤਾ ਸੀ ਉਹ ਲਾਅ ਨਾਲੋਂ ਜ਼ਿਆਦਾ ਨੋਰਮਸ, ਸੋਸ਼ਲ ਮੋਰਸ ਔਰ ਸਾਡੇ ਸੋਸ਼ਲੀ ਵੀ ਸੁਸਾਇਟੀ ਦੇ ਵਿੱਚ ਕਿਵੇਂ ਪੀਸ ਪ੍ਰੀਵੇਲ ਕਰ ਰਹੇ, ਕਿਸੇ ਇਸ ਜੱਜਮੈਂਟ ਦੇ ਨਾਲ ਕਾਨੂੰਨ ਦੀ ਇੰਟਰਪ੍ਰੀਟੇਸ਼ਨ ਕਰਨ ਦੇ ਨਾਲ ਕੋਈ ਸੁਸਾਇਟੀ ਦੇ ਵਿੱਚ ਆਪਸੀ ਪਰਿਵਾਰਾਂ ਦੇ ਵਿੱਚ ਕੋਈ ਝਗੜੇ ਤਾਂ ਨਹੀਂ ਜ਼ਿਆਦਾ ਵੱਧ ਜਾਣਗੇ। ਸੋ ਤੁਹਾਡਾ ਜਿਹੜਾ ਕੁਐਸਚਨ ਹੈ ਉਹਦਾ ਫੋਕਸ ਹੁਣ ਇਸ ਪੁਆਇੰਟ ਦੇ ਉੱਤੇ ਹੈਗਾ ਕਿ ਸੋਸ਼ਲੀ ਮੂਵ ਕਰਨ ਟਾਈਮ ਕਿਆ ਸਾਨੂੰ ਇਸ ਜੱਜਮੈਂਟ ਨੂੰ ਸੁਸਾਇਟੀ ਦੀ ਐਕਸੈਪਟੈਂਸ ਹੋਣ ਦੇ ਬਾਵਜੂਦ ਵੀ ਕਿਆ ਸਾਨੂੰ ਇਸ ਜੱਜਮੈਂਟ ਦੇ ਨਾਲ ਕੋਈ ਪ੍ਰੋਵਾਈਜ਼ੋ ਜਾਂ ਕੋਈ ਇਸ ਤਰ੍ਹਾਂ ਦਾ ਇਫ ਐਂਡ ਬਟ ਚਾਹੀਦਾ ਤਾਂ ਕਿ ਸਾਡਾ ਆਪਸੀ ਪਰਿਵਾਰਾਂ ਦਾ ਮਿਲਨ ਜੁਲਨ ਸ਼ਾਂਤੀ ਪਰਿਵਾਰਾਂ ਦੇ ਵਿੱਚ ਬਣੀ ਰਵੇ। ਮੈਂ ਉਸ ਪੁਆਇੰਟ ਦੇ ਉੱਤੇ ਫੋਕਸ ਕਰਦਾ ਕਹਿ ਰਿਹਾ ਸੀ ਕਿ ਜਿਹੜੇ ਐਗਰੀਕਲਚਰਲ ਸੁਸਾਇਟੀ ਦੇ ਵਿੱਚ ਅੱਗੋਂ ਬੱਚੇ ਅੱਗੋਂ ਬੇਟੇ ਟੋਟਲੀ ਐਗਰੀਕਲਚਰਲ ਲੈਂਡ ਦੇ ਉੱਤੇ ਡਿਪੈਂਡੈਂਟ ਹੋਣ ਜਾਂ ਫਿਰ ਈਵਨ ਐਗਰੀਕਲਚਰਲ ਲੈਂਡ ਨਾਲ ਸੀ ਜਿਹੜੇ ਅਰਬਨ ਫੈਮਲੀਜ਼ ਦੇ ਵਿੱਚ ਇੱਕ ਬਾਪ ਦਾਦੇ ਨੇ ਇੱਕ ਫੈਕਟਰੀ ਲਗਾਈ ਹੋਈ ਹੈ ਜਿਹਦੇ ਵਿੱਚ ਲੜਕੀ ਦਾ ਹਿੱਸਾ ਬਣਦਾ ਹੈ, ਇੱਕ ਬਾਪ ਦਾਦੇ ਦਾ ਇੱਕ ਮਕਾਨ ਹੈ ਜਿਹਦੇ ਵਿੱਚ ਲੜਕੀ ਦਾ ਹਿੱਸਾ ਬਣਦਾ ਹੈ, क्या वो मकान नूं तोड़ दिता जावे, मकान की तकसीम करा दी जावे या वो पहली ऑफर उस फैक्ट्री लई उस मकान दे लई उस एग्रीकल्चरल लैंड दे लई जिहड़ी ऑलरेडी उहनूं ऑक्यूपाई करके और उहदे ते अपनी उहनां दी लिविंग है उहनां नूं पहली ऑफर दिता जावे। वो ऑफर की वैल्यूएशन जो कलैक्टरेट और सर्कल रेट अजकल हर साल डिप्टी कमिश्नर का ऑफिस हर डिस्ट्रिक्ट दे विच सर्कल रेट या कलैक्टर रेट एडवरटाइज करते हैं। क्या लड़की पहला ऑफर इन राइटिंग देवे भी मैं वेचन लगी हाँ, मैं इतने इनकम्बरेंस क्रिएट करन लगी हाँ, मेरी यह मुश्किल है ताकि जिहड़े इन एग्जिस्टेंस से उहदे ब्रदर्स बैठे होण ते पहला उन्हां नूं ऑफर हो जावे इन राइटिंग, मे बी वो एक सबसिडाइज रेट से हो जावे क्योंकि इहदे नाल की होएगा कि परिवार दे विच एकता बनी रहेगी। अदरवाइज की होएगा कि लड़की बेशक दिलों चाहे या ना चाहे ਜਦੋਂ ਦੀ ਮੈਰਿਜ ਹੋ ਜਾਂਦੀ ਹੈ ਇਨ-ਲॉज ਦੀ ਫੈਮਿਲੀ ਵਿੱਚ ਚਲੀ ਜਾਂਦੀ ਹੈ ਉਹ ਵਿਚਾਰੀ ਆਪਣੇ ਇਨ-ਲॉज ਦਾ ਮੂੰਹ ਵੇਖਦੇ ਹੋਏ ਜਾਂ ਇਨ-ਲॉज ਦੇ ਪਰਿਵਾਰ ਨੂੰ ਵੇਖਦੇ ਹੋਏ ਜਾਂ ਆਪਣੇ ਹਸਬੈਂਡ ਨੂੰ ਵੇਖਦੇ ਹੋਏ ਉਹ ਕਈ ਵਾਰੀ ਇਸ ਤਰ੍ਹਾਂ ਦੇ ਆਣਗੇ ਮਾਮਲੇ ਜਿੱਥੇ ਹਸਬੈਂਡ ਕੰਪੈਲ ਕਰ ਸਕਦਾ ਹੈ ਆਪਣੀ ਵਾਈਫ ਨੂੰ ਜਾਂ ਇਨ-ਲॉज ਕੰਪੈਲ ਕਰ ਸਕਦੇ ਨੇ ਕਿ ਇਹ ਪ੍ਰਾਪਰਟੀ ਦਾ ਹਿੱਸਾ ਲਿੱਤਾ ਜਾਵੇ ਇਮੀਡੀਏਟਲੀ, ਇਸ ਹਿੱਸੇ ਨੂੰ ਕਿਸੇ ਥਰਡ ਪਾਰਟੀ ਨੂੰ ਵੇਚਿਆ ਜਾਵੇ। और ये कुछ चीज़ा कोई ये कि साडे नोटिस नहीं है, ये चीज़ा साडी सोसाइटी में विचरदियां ने। कोशिश तो हुण ये है कि कानून ने अपनी इंटरप्रिटेशन बिल्कुल ठीक दे दी, इस इंटरप्रिटेशन की इंप्लीमेंटेशन दे विच कोई मुश्किल ना आए, इहदी इंप्लीमेंटेशन एक शांतिमय तरीके दे नाल होए जिस नाल साडी सोसाइटी दी अगों ठीक तरह प्रोग्रेस कर सके, भैणां भरावां दा आपसे रिलेशनशिप भी बनाया जा सके। इहनूं इंप्लीमेंटेशन करन नूं क्या सानूं होर कोई ਇਹਦੇ ਵਿੱਚ ਪ੍ਰੋਵਾਈਜ਼ੋਸ ਲਾਣੇ ਚਾਹੀਦੇ ਨੇ ਜਾਂ ਨਹੀਂ ਲਾਣੇ ਚਾਹੀਦੇ? ਜੀ ਇੱਕ ਛੋਟਾ ਜਿਹਾ ਸਵਾਲ ਜਿਹੜਾ ਮੈਂ ਅੱਗੇ ਜਾਣ ਤੋਂ ਪਹਿਲਾਂ ਕਮਲਜੀਤ ਜੀ ਇੰਨਾ ਹੀ ਕਿ ਸਮਾਜਿਕ ਤੌਰ ਤੇ ਜਿੱਦਾਂ ਤੁਸੀਂ ਕਹਿ ਰਹੇ ਹੋ ਜਿਹੜੇ ਖਦਸ਼ੇ ਹੈਗੇ ਹੈ ਸਮਾਜਿਕ ਮਾਨਸਿਕਤਾ ਬਦਲਣ ਦੀ ਵੀ ਜ਼ਰੂਰਤ ਹੈ। ਜਿਹੜਾ ਮਰਦ ਪ੍ਰਧਾਨ ਸਮਾਜ ਹੈ ਜਿੱਦਾਂ ਡਾਕਟਰ ਸੋਹਤਾ ਨੇ ਕਿਹਾ ਕਿ ਜੇ ਪਿੰਡ 'ਚ ਔਰਤ ਮਹਿਲਾ ਸਰਪੰਚ ਬਣਦੀ ਹੈ ਤਾਂ ਉਹਦਾ ਪਤੀ ਕਹਿ ਰਿਹਾ ਕਿ ਮੈਂ ਹੀ ਸਰਪੰਚ ਹਾਂ, ਇਹ ਮਾਨਸਿਕਤਾ ਵੀ ਬਦਲਣ ਦੀ ਲੋੜ ਹੈ। ਇਹਦੇ ਨਾਲ ਵੀ ਸ਼ਾਇਦ ਜਿਹੜਾ ਹੈਗਾ ਜਿਹੜੀਆਂ ਚੇਂਜਸ ਆ ਰਹੀਆਂ ਉਹਨਾਂ ਨੂੰ ਅਸੈਪਟ ਕਰਨ 'ਚ ਪ੍ਰਵਾਨ ਕਰਨ, ਜਿੱਦਾਂ ਡਾਕਟਰ ਜੋਤੀ ਸੇਠ ਦਾ ਕਹਿਣਾ ਹੈ ਕਿ ਜੇ ਭਰਾ ਵੀ ਹੋਏਗਾ ਤਾਂ ਉਹ ਅੱਗੇ ਸੋਸਾਇਟੀ 'ਚ ਅਸੈਪਟ ਕੀਤਾ ਜਾਂਦਾ ਨਾ। ਸੋ ਮਾਨਸਿਕ ਤੌਰ ਤੇ ਮਾਨਸਿਕਤਾ ਬਦਲਣ ਦੀ ਵੀ ਲੋੜ ਹੈ, ਤਦ ਵੀ ਜਿਹੜਾ ਇਹ ਲਾਅ ਹੈ ਉਹਨੂੰ ਲਾਗੂ ਕਰਨ 'ਚ ਦਿੱਕਤ ਨਹੀਂ ਆ ਸਕਦੀ। ਮਾਨਸਿਕਤਾ ਬਦਲਣ ਦੇ ਲਈ ਐਸ ਸੱਚ आई थिंक सर ਜਿਹੜਾ ਕਹਿ ਰਹੇ ਹੋ ਜੀ ਕਮਲਜੀਤ ਜੀ ਔਰਤ ਨੂੰ ਇੰਨੀ ਇੰਪਾਵਰਡ ਬਣਾ ਦਿਓ, ਇੰਨੀ ਅਵੇਅਰ ਬਣਾ ਦਿਓ ਕਿ ਉਹ ਪ੍ਰੈਸ਼ਰ 'ਚ ਆ ਕੇ ਆਪਣੀ ਮਰਜ਼ੀ ਦੇ ਬਿਨਾ ਪ੍ਰਾਪਰਟੀ ਨਾ ਵੇਚੇ। ਸੋ ਇਟਸ ਅ ਹੋਲ ਲੋਟ ਆਫ ਥਿੰਗਸ ਦੈਟ ਕਮ ਇਨਟੂ ਇਟ ਤੇ ਸ਼ੁਰੂ ਤੋਂ ਤੁਸੀਂ ਉਹਨੂੰ ਇਦਾਂ ਬ੍ਰਿੰਗ ਅਪ ਕਰੋ ਤਾਂ ਕਿ ਉਹ ਆਪਣੀ ਰਾਈਟਸ ਨੂੰ ਜਾਣ ਸਕੇ ਤੇ ਪ੍ਰੈਸ਼ਰ ਦੇ ਅੰਦਰ ਆ ਕੇ ਕੁਝ ਇਦਾਂ ਦਾ ਨਾ ਕਰੇ ਜੋ ਕਰਨਾ ਨਹੀਂ ਚਾਹੁੰਦੀ। ਜੀ ਜੀ ਡਾਕਟਰ ਜੋਤੀ ਸੇਠ ਜਿਹੜਾ ਹੈਗਾ ਇੱਕ ਹੋਰ ਵੀ ਇਸ ਤਰ੍ਹਾਂ ਦਾ ਕਾਨੂੰਨ ਜਿਹੜਾ ਪਹਿਲਾਂ ਹੀ ਹੈਗਾ ਹੈ ਕਿ ਜੇ ਔਰਤ ਦੇ ਨਾਂ ਤੇ ਪ੍ਰਾਪਰਟੀ ਹੁੰਦੀ ਹੈ ਤਾਂ ਸ਼ਾਇਦ ਗਵਰਨਮੈਂਟ ਵੱਲੋਂ ਕੋਈ ਟੈਕਸ ਵਗੈਰਾ 'ਚ ਛੋਟ ਹੁੰਦੀ ਹੈ। ਜਿੱਦਾਂ ਕਮਲਜੀਤ ਜੀ ਕਹਿ ਰਹੇ ਵੀ ਹੋ ਸਕਦਾ ਹੈ ਕਿ ਅਗਰ ਬੇਟੀ ਜਿਹੜੀ ਕਿ ਆਪਣੇ ਭਰਾ ਨੂੰ ਜਾਂ ਆਪਣੇ ਉਸ ਜਿਹੜਾ ਪੇਕੇ ਘਰ ਦੇ ਵਿੱਚ ਆਪਣੀ ਜਾਇਦਾਦ ਨੂੰ ਵੇਚਣਾ ਚਾਹੁੰਦੀ ਹੈ, ਦੇਣਾ ਚਾਹੁੰਦੀ ਹੈ, ਤਾਂ ਉਹਦੇ ਜਿਹੜੇ ਟੈਕਸਿਸ ਵਗੈਰਾ ਹੈਗੇ ਹੈ ਉਹਨਾਂ 'ਚ ਵੀ ਸਰਕਾਰਾਂ ਜੇ ਛੋਟ ਦੇ ਦੇਣ ਤਾਂ ਸ਼ਾਇਦ ਪਹਿਲ ਜਿਹੜੀ ਹੈਗੀ ਹੈ ਉਹ ਆਪਣੇ ਬਲੱਡ ਰਿਲੇਸ਼ਨ ਨੂੰ ਦੇ ਸਕਦੀ ਹੈ ਕੋਈ ਵੀ ਔਰਤ ਜਾਂ ਬੇਟੀ। ਜੀ ਡਾਕਟਰ ਜੋਤੀ ਸੇਠ।
ਕਈ ਸਟੇਟਸ ਵਿੱਚ ਔਰਤਾਂ ਦੇ ਨਾਂ ਤੇ ਰਜਿਸਟ੍ਰੇਸ਼ਨ ਕਰਾਉਣ 'ਚ ਉਹਨਾਂ ਨੇ ਲੈਸਰ ਅਮਾਉਂਟ ਲੈਂਦੇ ਹੈ which is a very positive step also towards this direction. ਹਿਮਾਚਲ ਜੀ। ਹੈਗਾ ਹੈ, I think ਕਮਲ ਜੀ, ਪੰਜਾਬ 'ਚ ਵੀ ਕਾਫੀ ਓਕੇ, ਥੈਂਕ ਯੂ ਵੈਰੀ ਮਚ ਕਮਲਜੀਤ ਜੀ। ਛੋਟਾ ਜਿਹਾ ਸਵਾਲ ਮੈਂ ਇਹ ਵੀ ਲੈਣਾ ਚਾਹਾਂਗਾ, ਜੇ ਆਪਾਂ ਲੀਗਲ ਐਂਗਲ ਤੋਂ ਇਹ ਦੇਖਦੇ ਹਾਂ, ਜੇ ਸਰਕਾਰਾਂ ਕੁਝ ਟੈਕਸ ਵਗੈਰਾ 'ਚ ਛੋਟ ਦੇ ਦੇਣ, ਕੰਸੈਸ਼ਨ ਦੇ ਦੇਣ, ਤਾਂ ਉਹਦੇ ਨਾਲ ਵੀ ਜਿਹੜਾ ਕੜੱਤਣ ਆਉਣ 'ਚੋਂ ਬਚਾਅ ਹੋ ਸਕਦਾ ਜੇ ਜ਼ਿਆਦਾ ਟਰਾਂਸਫਰ ਹੋਣੀ ਹੈ ਆਪਣੇ ਪੇਕੇ ਘਰ ਵੱਲ ਕਿਸੇ ਬੇਟੀ ਵੱਲੋਂ, ਔਰਤ ਵੱਲੋਂ। ਇਹ ਬਿਲਕੁਲ ਠੀਕ ਹੈ। ਇਹ ਕਈ ਸਟੇਟਸ ਨਹੀਂ, ਇਹ ਸਾਰੀਆਂ ਸਟੇਟਸ ਵਿੱਚ ਹੀ ਆਲਮੋਸਟ ਹੈਗਾ। ਪੰਜਾਬ, ਹਰਿਆਣਾ, ਹਿਮਾਚਲ ਵਿੱਚ ਜੇ ਕੋਈ ਲੜਕੀ ਟ੍ਰਾਂਸਫਰ ਕਰਦੀ ਹੈ, ਕਈ ਜਗ੍ਹਾ ਤੇ ਟ੍ਰਾਂਸਫਰ ਫੀ ਵੀ ਵੇਵਡ ਆਫ ਹੈ ਜੇ ਵਿਦਨ ਦੀ ਫੈਮਿਲੀ ਹੋਏਗੀ ਜੀ, ਉਹ ਵੇਵ ਆਫ ਹੀ ਹੋਈ ਹੈ। ਕਈ ਜਗ੍ਹਾ ਤੇ ਇਹਨੂੰ ਬੜਾ ਰਿਡਿਊਸ ਕੀਤਾ ਹੈ, ਸਬਸਿਡਾਈਜ਼ ਕੀਤਾ ਹੋਇਆ। ਇਹ ਬਿਲਕੁਲ ਠੀਕ ਹੈ। ਕੁਐਸਚਨ ਸਿਰਫ ਇੰਨਾ ਹੈ ਸਿੱਧੂ ਸਾਹਿਬ ਕਿ ਜਦੋਂ ਇੱਕ ਪ੍ਰਾਪਰਟੀ ਜਿਹਦੇ ਤੇ ਬੇਟੇ ਜਿਨ੍ਹਾਂ ਦੀ ਲਾਈਵਲੀਹੁੱਡ ਹੈ, ਜੇ ਤਾਂ ਬੇਟਿਆਂ ਨੇ ਉਹ ਪ੍ਰਾਪਰਟੀ ਖੁਦ ਵੇਚਣੀ ਹੋਵੇ, ਉਹ ਲੜਕੀ ਮੈਰਿਡ ਲੜਕੀ ਨੂੰ ਬਰਾਬਰ ਦਾ ਹਿੱਸਾ ਜ਼ਰੂਰ ਮਿਲਣਾ ਚਾਹੀਦਾ। ਜੇ ਉਹ ਬੇਟੇ ਉਸ ਪ੍ਰਾਪਰਟੀ ਦੇ ਉੱਪਰ ਡਿਪੈਂਡੈਂਟ ਨਹੀਂ ਹੈਗੇ, ਲੜਕੀ ਨੂੰ ਪੂਰਾ ਹਿੱਸਾ ਮਿਲਣਾ ਚਾਹੀਦਾ। ਜੇ ਉਹ ਬੇਟੇ ਉਹ ਪ੍ਰਾਪਰਟੀ ਨੂੰ ਛੱਡ ਕੇ ਨੌਕਰੀਆਂ ਦੇ ਵਿੱਚ ਆ ਗਏ ਨੇ, ਸ਼ਹਿਰਾਂ ਦੇ ਵਿੱਚ ਆ ਗਏ ਨੇ, ਉਹਨਾਂ ਦੀ ਡਿਪੈਂਡੈਂਸੀ ਖਤਮ ਹੋ ਗਈ ਹੈ, ਬਟਾਈ ਤੇ ਦੇ ਦਿੱਤੀਆਂ, ਠੇਕੇ ਤੇ ਦੇ ਦਿੱਤੀਆਂ, ਲੜਕੀ ਨੂੰ ਪੂਰਾ ਹਿੱਸਾ ਮਿਲਣਾ ਚਾਹੀਦਾ। ਪਰ ਜਿੱਥੇ ਐਗਰੀਕਲਚਰ ਸੁਸਾਇਟੀ ਦੇ ਵਿੱਚ ਉਹ ਬੇਟਿਆਂ ਦੀ ਲਾਈਵਲੀਹੁੱਡ ਹੀ ਉਹਦੇ ਤੇ ਹੈ, ਉਹ ਬੇਟੇ ਪਿੰਡ 'ਚ ਰਹਿ ਕੇ ਉਸ ਪ੍ਰਾਪਰਟੀ ਨੂੰ ਕਲਟੀਵੇਟ ਕਰ ਰਹੇ ਨੇ, ਉੱਥੇ ਇੱਕ ਅਨਮੈਰਿਡ ਔਰਤ ਬਾਰੇ ਕੋਈ ਪ੍ਰੋਬਲਮ ਨਹੀਂ, ਬਰਾਬਰ ਦਾ ਅਧਿਕਾਰ ਉਹਨੂੰ ਮਿਲਦਾ ਪੈਣ ਨੂੰ। ਮੈਰਿਜ ਤੋਂ ਬਾਅਦ ਮੇਰੇ ਹਿਸਾਬ ਦੇ ਨਾਲ ਉਸ ਮੈਰਿਡ ਵੂਮਨ ਨੂੰ ਜਾਂ ਮੈਰਿਡ ਸਿਸਟਰ ਨੂੰ, ਮੈਰਿਡ ਡਾਟਰ ਨੂੰ, ਉਹਨੂੰ ਪਹਿਲਾ ਅਧਿਕਾਰ ਆਪਣੇ ਪਰਿਵਾਰ ਵਿੱਚ ਇਨ ਰਾਈਟਿੰਗ ਹੋਣਾ ਚਾਹੀਦਾ ਹੈ ਕਿ ਮੈਂ ਪ੍ਰਾਪਰਟੀ ਇਨਕੰਬਰ ਕਰਨੀ ਹੈ, ਮੈਂ ਨਹੀਂ ਰੱਖ ਸਕਦੀ, ਮੈਂ ਇਹਨੂੰ ਨਹੀਂ ਇਹਦੀ ਖੇਤੀ ਕਰ ਸਕਦੀ, ਮੈਂ ਇਹ ਵੇਚਣੀ ਹੈ। ਜਦੋਂ ਉਹ ਵੇਚਣ ਦਾ ਅਧਿਕਾਰ ਪਹਿਲਾਂ ਆਪਣੇ ਪਰਿਵਾਰ ਨੂੰ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਬਾਹਰ ਦਾ ਬੰਦਾ ਆ ਕੇ ਉਸ ਪਰਿਵਾਰ ਦੀ ਸ਼ਾਂਤੀ ਨੂੰ ਭੰਗ ਨਾ ਕਰੇ। ਜਿਹੜਾ ਕਿ ਮੇਰਾ ਖਿਆਲ ਹੈ ਕਿ ਹਰ ਇੱਕ ਮੈਰਿਡ ਔਰਤ ਦਾ ਵੀ ਇੱਕ ਖਿਆਲ ਹੁੰਦਾ ਕਿ ਪਿੱਛੋਂ ਮੇਰੇ ਭਰਾ ਵਸਦੇ ਰਹਿਣ। ਸਾਡਾ ਸੁਸਾਇਟੀ ਦਾ ਇਹ ਅਸੂਲ ਰਿਹਾ ਕਿ ਔਰਤ ਸ਼ਾਦੀ ਤੋਂ ਬਾਅਦ ਹਮੇਸ਼ਾ ਪਿੱਛੇ ਵੇਖਦੀ ਆਪਣੇ ਘਰ ਦੇ ਵੱਲ, ਔਰ ਬਿਲਕੁਲ ਠੀਕ ਹੈ ਇਮੋਸ਼ਨਲੀ ਜ਼ਿਆਦਾ ਅਟੈਚ ਰਹਿੰਦੀ ਹੈ ਤਾਂ ਕਿ ਮੇਰੇ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹੇ। ਕਿਉਂਕਿ ਜੇ ਪਿੱਛੇ ਮਾਇਕੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ ਤੇ ਖੁਸ਼ਹਾਲੀ ਰਹੇਗੀ, ਔਰਤ ਆਪਣੇ ਸਸੁਰਾਲ ਵਿੱਚ ਵੀ ਜ਼ਿਆਦਾ ਜਾ ਕੇ ਖੁਸ਼ ਰਹੇਗੀ। ਤੇ ਜੇ ਇੱਕ ਥਰਡ ਪਾਰਟੀ ਵਿੱਚ ਲਿਆ ਦਿੱਤੀ ਜਾਵੇ ਜਿਹੜੀ ਪਰਿਵਾਰ ਵੱਲੋਂ ਐਕਸੈਪਟੇਬਿਲਟੀ ਨਾ ਬਣੇ, ਉਹ ਪਰਿਵਾਰ ਦੀ ਸ਼ਾਂਤੀ ਨੂੰ ਇੱਧਰ ਵੀ ਭੰਗ ਕਰੇਗੀ, ਉੱਧਰ ਵੀ ਭੰਗ ਕਰੇਗੀ। ਤੁਹਾਡਾ ਵਿਊ ਪੁਆਇੰਟ ਆ ਗਿਆ, ਥੈਂਕ ਯੂ ਵੈਰੀ ਮਚ। ਡਾਕਟਰ ਸੋਤਾ, ਲਾਸਟ ਕਮੈਂਟ ਜਿਹੜਾ ਹੈਗਾ ਜੋ ਕਮਲਜੀਤ ਜੀ ਕਹਿ ਰਹੇ ਹੈ ਕਿ ਇਦਾਂ ਦਾ ਕੋਈ ਜਿਹੜਾ ਹੈਗਾ ਆਪਸ ਵਿੱਚ ਜਿਹੜਾ ਹੈਗਾ ਅੰਡਰਸਟੈਂਡਿੰਗ ਜਾਂ ਕੋਈ ਸਿਸਟਮ ਬਣ ਜਾਣਾ ਚਾਹੀਦਾ ਹੈ ਕਿ ਅਗਰ ਪ੍ਰਾਪਰਟੀ ਜਿਹੜੀ ਹੈਗੀ ਹੈ ਲੜਕੀ ਦੀ ਜਾਂ ਜਿਹੜੀ ਔਰਤ ਜਿਹੜੀ ਹੈਗੀ ਆ ਆਪਣੇ ਪੇਕੇ ਪਰਿਵਾਰ ਦੇਣਾ ਚਾਹੁੰਦੀ ਤਾਂ ਪਹਿਲਾ ਹੱਕ ਉਸਦੇ ਆਪਣੇ ਪਰਿਵਾਰ 'ਚ ਹੋਣਾ ਚਾਹੀਦਾ ਹੈ। ਇਸ ਦੀ ਜ਼ਰੂਰਤ ਹੈ ਜਾਂ ਇਹਦੇ ਨਾਲ ਹੋਰ ਗੁੰਝਲਾਂ ਖੜੀਆਂ ਹੋ ਸਕਦੀਆਂ? ਜੀ ਡਾਕਟਰ ਸੋਤਾ। ਦੇਖੋ, ਮੇਰਾ ਕਹਿਣ ਤੋਂ ਮਤਲਬ ਹੈ ਕਿ ਜਿਹੜਾ ਕੋਰਟ ਨੇ ਸਾਨੂੰ ਅਧਿਕਾਰ ਦਿੱਤਾ ਹੈਗਾ ਇਹਦੇ ਅਮੈਂਡਮੈਂਟ ਦੇ ਤਹਿਤ, ਉਹਦੇ ਵਿੱਚ ਬੇਟੀ ਨੂੰ ਬਰਥ ਰਾਈਟ ਦਿੱਤਾ ਹੈਗਾ, ਇਕੁਐਲਿਟੀ ਦਿੱਤੀ ਹੈਗੀ ਆ ਲਾਈਕ ਏ ਸਨ। ਜਿਹੜਾ ਹੈਗਾ ਅੱਗੋਂ ਜਾ ਕੇ ਜਦੋਂ ਪਾਰਟੀਸ਼ਨ ਹੁੰਦੀ ਹੈ ਉਹਦਾ ਤਾਂ ਫਿਰ ਅਗਰ ਅਸੀਂ ਇਹ ਕਹਿੰਦੇ ਆ ਕਿ ਲੜਕੀ ਨੂੰ ਬੰਧਨ ਹੋ ਗਿਆ ਕਿ ਉਹ ਆਪਣੇ ਭਰਾ ਨੂੰ ਵੇਚੇ, ਤਾਂ ਫਿਰ ਅਗਰ ਇਸ ਤਰ੍ਹਾਂ ਦੀ ਨੀਅਤ ਐਕਸਪਲੋਇਟੇਸ਼ਨ ਵੀ ਤਾਂ ਸਿੱਧੂ ਸਾਹਿਬ ਹੋ ਸਕਦੀ ਹੈ ਕਿ ਸਾਨੂੰ ਤਾਂ ਭਾਈ ਤੋਂ ਇਸ ਨੋਰਮ ਤੇ ਵੇਚਾਂਗੇ, ਹੋਰ ਕੋਈ ਲੈ ਨਹੀਂ ਸਕਦਾ ਕਾਨੂੰਨ ਦੇ ਮੁਤਾਬਕ। ਠੀਕ ਹੈ ਨਾ? ਜਿਸ ਤਰ੍ਹਾਂ ਦੇਖੋ ਹੌਲੀ ਹੌਲੀ ਚੇਂਜਸ ਜਿਹੜੀਆਂ ਨੇ ਉਹ ਪਲੀਜ਼ ਉਹ ਇਹ ਹੈ ਕਿ ਜਿਸ ਤਰ੍ਹਾਂ ਪਾਸਟ ਦੇ ਵਿੱਚ ਸਾਡੀ ਜਿਹੜੀ ਸੰਸਕ੍ਰਿਤੀ ਸੀਗੀ ਸਿੱਧੂ ਸਾਹਿਬ, ਉਹਦੇ ਵਿੱਚ ਕਿਹਾ ਜਾਂਦਾ ਕਿ ਜੇ ਤਾਂ ਲੜਕਾ ਆਪਣੇ ਸਹੁਰਿਆਂ ਦੇ ਘਰ ਜਾਂਦਾ ਤਾਂ ਉਹ ਪੱਗ ਬੰਨ੍ਹ ਕੇ ਜਾਂਦਾ ਸੀ, ਜੇ ਭੈਣ ਦੇ ਘਰ ਜਾਂਦਾ ਤਾਂ ਉਹ ਪਰਨਾ ਬੰਨ੍ਹ ਕੇ ਜਾਂਦਾ ਸੀ, ਨੀਵਾਂ ਹੋ ਕੇ ਜਾਂਦਾ ਸੀ। ਇਹ ਨੀਵਾਂ ਉੱਚਾ ਜਿਹੜਾ ਹੈਗਾ ਹੁਣ ਇਸ ਵੇਲੇ ਜਿਹੜਾ ਹੈਗਾ ਇਹ ਸਥਿਤੀ ਬਿਲਕੁਲ ਚੇਂਜ ਹੈਗੀ ਆ। ਮੇਰਾ ਕਹਿਣ ਤੋਂ ਮਤਲਬ ਹੈ ਕਿ ਇਹ ਜਿਹੜਾ ਵੇਟ ਐਂਡ ਸੀ ਕਰਨਾ ਚਾਹੀਦਾ, ਇਹਦੇ ਵਿੱਚ ਐਡਾ ਕੋਈ ਡਰ ਵਾਲੀ ਗੱਲ ਮੈਨੂੰ ਨਹੀਂ ਲੱਗਦੀ। ਵੀ ਸ਼ੁੱਡ ਬੀ ਬ੍ਰੇਵ ਇਨਫ। ਵਕੀਲ ਸਾਹਿਬ ਜਿਹੜੇ ਨੇ ਬੜੇ ਲਰਨਡ ਨੇ, ਇਹ ਖੁਦ ਬੀਇੰਗ ਮੇਲ ਮੈਂਬਰ ਆਪਣੇ ਅੰਦਰ ਝਾਤੀ ਮਾਰ ਕੇ ਅਗਰ ਇਸ ਤਰ੍ਹਾਂ ਹੋਏਗਾ ਤੇ ਕਹਿਣਗੇ ਕਿ ਭੈਣ ਤੂੰ ਮੈਨੂੰ ਹੀ ਲੈ ਕੇ ਜਾ, ਤੇਰੇ ਵਾਸਤੇ ਬੰਧਨ ਹੈ। ਠੀਕ ਹੈ? ਇਹ ਮਿਊਚੁਅਲ ਤੁਹਾਡੀ ਅੰਡਰਸਟੈਂਡਿੰਗ ਹੈ, ਤੁਹਾਡੀ ਆਪਣੀ ਇਕੁਏਸ਼ਨ ਹੈਗੀ ਆ, ਹੈ ਨਾ? ਮੇਰਾ ਖਿਆਲ ਹੈ ਜੀ ਰਿਸ਼ਤੇ ਤੇ ਨਿਰਭਰ ਕਰਦਾ ਹੈ ਰਿਸ਼ਤੇ ਕਿਦਾਂ ਦੇ ਹੈ ਡਿਪੈਂਡ ਕਰਦਾ ਹੈਗਾ। ਇਸ ਕਰਕੇ ਹਾਂਜੀ ਅਸੀਂ ਇਸ ਤਰ੍ਹਾਂ ਦਾ ਨਹੀਂ ਸੋਚ ਸਕਦੇ। ਥੈਂਕ ਯੂ। I just want to thank you Dr. जी डॉक्टर ज्योति सेठ। I just wanted to add कि
ਲੱਗਦਾ ਹੈ ਕਿ ਸਾਡੇ ਭਰਾਵਾਂ ਨਾਲ ਰਿਸ਼ਤੇ ਬਹੁਤ ਚੰਗੇ ਰਹਿਣਗੇ ਜੇ ਅਸੀਂ ਆਪਣੀ ਪ੍ਰਾਪਰਟੀ ਦੀ ਰਾਈਟ ਨਹੀਂ ਲਵਾਂਗੇ। ਦਿਲ ਵਿੱਚ ਤਾਂ ਹੈਗਾ ਕਿ ਅਸੀਂ ਨਹੀਂ ਲਿੱਤੀ, ਤੇ ਜੇ ਅਸੀਂ ਅੱਛੇ ਰਿਸ਼ਤੇ ਬਣਾਣੇ ਹੈ ਤੇ ਇਕੁਐਲਿਟੀ ਦੇ ਆਧਾਰ ਤੇ ਜੇ ਅਸੀਂ ਸ਼ੁਰੂ ਤੋਂ ਜਿੱਦਾਂ ਬਾਈ ਬਰਥ ਹੈਗਾ ਉਹਦੇ ਰੂਲਿੰਗ ਵਿੱਚ ਹੈ ਐਂਡ ਟ੍ਰੀਟ ਅ ਵੂਮਨ ਲਾਈਕ ਪਰਸਨ, that will make all the difference and ਤਦੀ ਇੱਕ ਜਸਟਿਸ ਅਪਹੋਲਡ ਹੋਏਗੀ। ਜੀ ਥੈਂਕ ਯੂ ਵੈਰੀ ਮਚ। ਇਸ ਮੁੱਦੇ ਤੇ ਆਉਣ ਦੇ ਲਈ ਡਾਕਟਰ ਜੋਤੀ ਸੇਠ, ਡਾਕਟਰ ਸੋਹਤਾ ਕੰਵਲਜੀਤ ਜੀ, ਤੁਹਾਡਾ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ। ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਲਿਆ ਕਿ ਧੀਆਂ ਨੂੰ ਬਾਪ ਦੀ ਜਿਹੜੇ ਵਿਰਾਸਤੀ ਤੇ ਕਮਾਈ ਹੋਈ ਜਾਇਦਾਦ ਹੈ ਉਹਦੇ 'ਚੋਂ ਬਰਾਬਰ ਦਾ ਹਿੱਸਾ ਮਿਲਣਾ ਚਾਹੀਦਾ ਹੈ। ਸੁਭਾਵਿਕ ਹੈ ਇਹਦੇ ਤੇ ਕਈ ਤਰ੍ਹਾਂ ਦੇ ਖਦਸ਼ੇ ਉੱਠਣਗੇ, ਆਖਿਰ ਇੱਕ ਬਹੁਤ ਵੱਡਾ ਫੈਸਲਾ ਲਿਆ। ਸਮਾਜ ਜਿਹੜਾ ਇਸ ਨੂੰ ਕਿਵੇਂ ਇੰਪਲੀਮੈਂਟ ਕਰਨਾ, ਮੇਰਾ ਖਿਆਲ ਉਹਦੇ ਤੇ ਵੀ ਬਣਾਏਗਾ ਸਹਿਮਤੀ। ਇਹਨਾਂ ਮਾਮਲਿਆਂ ਤੇ ਚਰਚਾ 'ਚ ਆਉਣ ਦੇ ਲਈ ਮੈਂ ਮੁੜ ਤੁਹਾਡੇ ਸਾਰਿਆਂ ਵੱਲੋਂ ਉਹਨਾਂ ਤਿੰਨਾਂ ਮਹਿਮਾਨਾਂ ਦਾ ਜਿਨ੍ਹਾਂ ਨੇ ਮੇਰੀ ਬੇਨਤੀ ਪ੍ਰਵਾਨ ਕਰਕੇ ਆਪਣੇ ਪੈਨਲ ਤੇ ਆਏ ਮੁੜ ਧੰਨਵਾਦੀ ਹਾਂ। ਇਸ ਦੇ ਨਾਲ ਹੀ ਮੈਂ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।